ਅੱਜ ਤੁਹਾਨੂੰ ਦੱਸਦੇ ਹਾਂ ਕਿੱਦਾਂ ਬਣਦਾ ਹੈ ਰਾਜਾ, ਕਿੱਦਾਂ ਬਣਦੀ ਹੈ ਰਾਣੀ ਅਤੇ ਕਿੱਦਾਂ ਬਣਦਾ ਹੈ ਉਹਨਾਂ ਦਾ ਪੂਰਾ ਸਾਮਰਾਜ। पूरे देश के 20 तो 25 फैक्ट्रियां हैं जिथे शतरंज के मोहरे तैयार होंगे ने। शतरंज तैयार करके देशों विदेशों के भेजी जाती है। ਕਿਹਾ ਜਾਂਦਾ ਜੀ ਇਹਦੀ ਇਨਵੈਂਸ਼ਨ ਜਿਹੜੀ ਹੋਈ ਸੀ ਚੈਸ ਦੀ ਉਹ ਇੰਡੀਆ ਦੇ ਵਿੱਚ ਹੋਈ ਸੀ। ਪ੍ਰਾਊਡ ਫੀਲ ਹੁੰਦਾ ਕਿ ਜੀ ਅਸੀਂ ਉਸ ਬਿਜ਼ਨਸ ਅੱਜ ਇਨਵੋਲਵਡ ਹੈਗੇ ਆ ਕਿ ਜਿਹੜਾ ਇੰਨਾ ਪੁਰਾਣਾ ਸਾਡਾ ਟ੍ਰੈਡੀਸ਼ਨਲ ਹੈਗਾ ਜਿਨੇ ਇਸ ਦੁਨੀਆ ਨੂੰ ਪੂਰੇ ਨੂੰ ਚੈਸ ਦਿੱਤੀ ਹੈ ਤੇ ਅੱਜ ਅਸੀਂ ਉਹਨੂੰ ਬਣਾ ਰਹੇ ਹਾਂ, ਪੂਰੀ ਦੁਨੀਆ 'ਚ ਐਕਸਪੋਰਟ ਕਰ ਰਹੇ ਹਾਂ। ਤੇ ਜਿੰਨੇ ਵੀ ਵੱਡੇ ਇੰਟਰਨੈਸ਼ਨਲ ਟੂਰਨਾਮੈਂਟਸ ਹੋ ਰਹੇ ਆ, US ਓਪਨ ਹੋ ਰਹੀਆਂ ਜਾਂ ਹੋਰ ਵੀ ਗੇਮਾਂ ਹੋ ਰਹੀਆਂ ਵਾ ਤੇ ਉਹ ਸਾਰੀਆਂ ਸਾਡੀ ਉਹ ਸ਼ਤਰੰਜ ਤੇ ਹੋ ਰਹੀਆਂ ਜਿੰਦੀ ਅਸੀਂ ਪ੍ਰੋਡਕਸ਼ਨ ਕਰਦੇ ਪਏ ਹਾਂ, ਵਧੀਆ ਵਧੀਆ ਡਿਜ਼ਾਈਨਿੰਗ ਕਰਦੇ ਪਏ ਹਾਂ ਤੇ ਪੂਰੇ ਦੇਸ਼ ਭਰ 'ਚ ਉਹ ਜਾ ਰਹੀਆਂ, ਪੂਰੀ ਦੁਨੀਆ 'ਚ ਜਾ ਰਹੀਆਂ। ਸਾਡੇ ਪੰਜਾਬ ਵਾਸਤੇ ਵੀ ਮਾਣ ਹੈ, ਸਾਡੇ ਹਿੰਦੁਸਤਾਨ ਵਾਸਤੇ ਵੀ ਮਾਣ ਹੈ ਕਿ ਅਸੀਂ ਉਸ ਬਿਜ਼ਨਸ ਨੂੰ ਲੀਡ ਕਰਦੇ ਪਏ ਹਾਂ ਪੂਰੀ ਦੁਨੀਆ ਦੇ ਵਿੱਚ, ਜਿਹਦੇ ਵਿੱਚ ਕਿ ਸਾਰੀ ਦੁਨੀਆ ਸਾਡੇ ਕਹਿ ਸਕਦੇ ਹੋ ਟੰਕਾ ਵੱਜਦਾ ਕਿ ਵੀ ਸਾਡਾ ਚੈਸ ਜਿਹੜਾ ਦੁਨੀਆ ਦੀ ਸਭ ਤੋਂ ਐਕਸਪੈਂਸਿਵ, ਸਭ ਤੋਂ ਸੋਹਣੀ ਡਿਜ਼ਾਈਨਿੰਗ ਜਿਹੜੀ ਹੈਗੀ ਅੰਮ੍ਰਿਤਸਰ ਤੇ ਬਣਦੀ ਹੈ। ਦੇਖੋ ਜੀ ਕੋਈ ਬਹੁਤ ਵੱਡੀ ਫੈਮਿਲੀ ਹੈਗੀ ਹੈ, ਮੈਨੂੰ ਮੀਨਸ ਅਲਾਉਡ ਨਹੀਂ ਹੈਗਾ ਕਿ ਵੀ ਉਹਨਾਂ ਦਾ ਨਾਮ ਲੈ ਸਕਾਂ। ਬਹੁਤ ਵੱਡੇ ਸੈਲੀਬ੍ਰਿਟੀ, ਬਹੁਤ ਵੱਡੀ ਦੁਨੀਆ ਦੀ ਇੱਕ ਬੜੀ ਵੱਡੀ ਪਛਾਣ ਹੈ। ਉਹਨਾਂ ਨੇ ਮੈਨੂੰ ਸਪੈਸ਼ਲ ਆਪਣੀ ਫੈਮਿਲੀ ਦੀ ਪੂਰੀ ਬੇਟਾ ਬੇਟੀ ਤੇ ਸਾਰਿਆਂ ਦੀ ਫੋਟੋ ਬਣਵਾ ਕੇ ਇੱਕ ਚੈਸ ਬਣਾਉਣ ਵਾਸਤੇ ਗਿਆ। ਉਹਨਾਂ ਨੇ ਸਾਰੀ ਦੁਨੀਆ ਘੁੰਮ ਲਈ ਬਣਵਾਉਣ ਵਾਸਤੇ, ਲੇਕਿਨ ਨਹੀਂ ਬਣ ਸਕਿਆ। ਫਿਰ ਮੇਰੇ ਕੋਲ ਆਏ ਕਿ ਉਹਨਾਂ ਦਾ ਮੈਨੇਜਰ ਨੇ ਕੰਟੈਕਟ ਕੀਤਾ ਕਿ ਮੈਂ ਇਸ ਤਰ੍ਹਾਂ ਚੈਸ ਚਾਹੀਦੀ, ਸਾਨੂੰ ਸਪੈਸ਼ਲ ਚਾਹੀਦੀ ਹੈ। ਤੇ ਮੈਂ ਉਹਨਾਂ ਕੋਲ 6 ਮਹੀਨੇ ਤੋਂ 7 ਮਹੀਨੇ ਦਾ ਟਾਈਮ ਲੈ ਕੇ ਪ੍ਰੋਪਰ ਉਹਨਾਂ ਦੀਆਂ ਸਾਰੀ ਫੇਸਿਸ ਬਣਾ ਕੇ, ਬੜੀ ਮਿਹਨਤ ਦਾ ਕੰਮ ਸੀ ਹੈ, ਅਸੀਂ ਬੜੀ ਸਕਸੈਸਫੁਲੀ ਇਹਨੂੰ ਬਣਾਇਆ ਤੇ ਜਿਸ ਬਾਰੇ ਉਹਨਾਂ ਨੇ ਬੜੇ ਵੱਡੇ ਅੱਛੇ ਕਮੈਂਟਸ ਦਿੱਤੇ ਮੈਨੂੰ ਕਿ ਵੀ ਇਹੋ ਜਿਹੀ ਚੈਸ ਸੱਚੀ ਦੁਨੀਆ 'ਚ ਕੋਈ ਨਹੀਂ ਬਣਾ ਸਕਦਾ। ਇੱਕ ਨੂੰ ਨਹੀਂ, ਉਹਨਾਂ ਨੇ ਹਜ਼ਾਰਾਂ ਨੂੰ ਦੱਸਿਆ ਹੋਣਾ ਕਿ ਜੇ ਕੁਝ ਕਰਨਾ ਤੇ ਫਿਰ। ਜੀ ਹਾਂਜੀ, ਬਕਾਇਦਾ ਜੀ ਜਿਹੜਾ ਵੀ ਉਹਨਾਂ ਦੇ ਘਰ ਆਉਂਦਾ ਉਹਨਾਂ ਨੇ ਮੇਨ ਰੂਮ 'ਚ ਲਗਾਇਆ ਉਹਨਾਂ ਨੇ, ਤੇ ਜਿਹੜਾ ਵੀ ਘਰ ਆਉਂਦਾ ਉਹਨਾਂ ਨੂੰ ਪੁੱਛਦਾ ਵੀ ਇਹ ਕਿੱਥੋਂ ਬਣਾਇਆ ਜਾਂ ਕਿਸ ਨੇ ਬਣਾਇਆ, ਤੇ ਉਹ ਹਮੇਸ਼ਾ ਕਹਿੰਦੇ ਜੀ ਇੰਡੀਆ ਭਾਰਤ 'ਚੋਂ ਬਣਾਇਆ। ਸਿਰਫ ਇੰਡੀਆ ਦੇ ਵਿੱਚ ਹੀ 20 ਤੋਂ 25 ਫੈਕਟਰੀਆਂ ਹੀ ਕਿਉਂ ਨੇ, ਜ਼ਿਆਦਾ ਕਿਉਂ ਨਹੀਂ? ਦੇਖੋ ਜੀ ਇਹ ਲੋਕਾਂ ਨੇ ਬੜੀ ਕੋਸ਼ਿਸ਼ ਕੀਤੀ ਇਹਨੂੰ, ਇੰਡੀਆ ਦੇ ਵਿੱਚ ਵੀ ਸਿਰਫ ਅੰਮ੍ਰਿਤਸਰ 'ਚ ਫੈਕਟਰੀਆਂ ਹੈਗੀਆਂ ਲੱਕੜੀ ਦੀ ਚੈਸ ਦੀਆਂ, ਹੋਰ ਕਿਤੇ ਲੱਕੜੀ ਦੀ ਚੈਸ ਦੀ ਕਿਤੇ ਇੰਡੀਆ 'ਚ ਵੀ ਫੈਕਟਰੀ ਨਹੀਂ, ਸਿਰਫ ਅੰਮ੍ਰਿਤਸਰ ਦੇ ਵਿੱਚ ਹੈਗੀ ਆ। ਇਹਨਾਂ ਨੇ ਬੜੇ ਹੋਰ ਸਟੇਟਾਂ ਨੇ ਜਾਂ ਹੋਰ ਲੋਕਾਂ ਨੇ ਵੀ, ਬਾਹਰ ਕੰਟਰੀਆਂ ਨੇ ਵੀ ਟਰਾਈ ਕੀਤੀ, ਈਵਨ ਚਾਈਨਾ ਨੇ ਵੀ ਕੀਤੀ ਆ, ਉਹ ਫੇਲ ਹੋ ਗਈ। ਐਡੀ ਡੀਪ ਵਰਕਮੈਨਸ਼ਿਪ ਨਹੀਂ ਦਿਖਾ। ਪਲਾਸਟਿਕ 'ਚ ਪ੍ਰੋਡਕਸ਼ਨ ਤੁਸੀਂ ਮਾਸ ਪ੍ਰੋਡਕਸ਼ਨ ਕਰ ਸਕਦੇ ਹੋ, ਲੇਕਿਨ ਲੱਕੜ ਵਰਗੀ ਕੁਆਲਿਟੀ ਜਾਂ ਜਿੰਨੇ ਟੂਰਨਾਮੈਂਟ ਖੇਲਣਾ ਹੈ ਜਾਂ ਜਿੰਨੇ ਬੜੀ ਹਾਈ ਕੁਆਲਿਟੀ ਦੀ ਚੈਸ ਰੱਖਣੀ ਆ, ਇੱਕ ਚੈਸ ਕਲੈਕਟਰ ਨੇ ਜਿਨ੍ਹਾਂ ਨੇ ਬੜੀ ਅੱਛੀ ਰੱਖਣੇ ਚਾਹੁੰਦੇ ਜਿਹੜੀ ਕਿਸੇ ਕੋਲ ਚੈਸ ਨਾ, ਉਹ ਸਿਰਫ ਅੰਮ੍ਰਿਤਸਰ ਦੀ ਚੈਸ ਹੀ ਖਰੀਦੇਗਾ, ਦੂਜੀ ਪਲਾਸਟਿਕ ਦੀ ਚੈਸ ਨਹੀਂ ਖਰੀਦੇਗਾ। ਕਾਰੀਗਰ ਜਿਹੜੇ ਕਿੰਨੇ ਪੁਰਾਣੇ ਤੁਹਾਡੇ ਕੋਲ ਲੱਗੇ? ਜਿਸ ਤਰ੍ਹਾਂ ਜੈਪੁਰ ਵੀ ਸਾਡਾ ਹੈਂਡੀਕ੍ਰਾਫਟ ਦਾ ਬਹੁਤ ਕੰਮ ਸੀ ਲੋਕਾਂ ਦਾ, ਤੇ ਉਹ ਵੀ ਇੱਕੋ ਜਗ੍ਹਾ ਤੋਂ ਮਾਰ ਖਾਂਦੇ ਪਏ ਕਿ ਜੀ ਉਹਨਾਂ ਕੋਲ ਕਾਰੀਗਰੀ ਦੀ ਬੜੀ ਮੁਸ਼ਕਿਲ ਆਉਂਦੀ ਪਈ ਉਹਨਾਂ ਨੂੰ। ਤੇ ਸਾਡੇ ਕੰਮ 'ਚ ਵੀ ਬਿਜ਼ਨਸ 'ਚ ਇਹ ਇਫੈਕਟ ਪੈ ਰਿਹਾ ਕਿ ਵੀ ਅੱਗੇ ਜਿਹੜੇ ਆਉਣ ਵਾਲੀ ਪੀੜ੍ਹੀ ਉਹ ਹੈ ਹੱਥ ਦੇ ਕੰਮ 'ਚ ਨਹੀਂ ਪੈਣਾ ਚਾਹੁੰਦੀ। ਕਿੰਨੇ ਮੋਹਰੇ ਹੁੰਦੇ ਨੇ ਚੈਸ ਦੇ ਉੱਤੇ? ਉਹ ਹਰ ਇੱਕ ਦਾ ਵੱਖਰਾ ਕਾਰੀਗਰ ਹੈ ਜਾਂ ਫਿਰ ਜਿਹੜਾ ਮਰਜੀ ਕਾਰੀਗਰ ਜਿਹੜੀ ਮਰਜੀ ਮੋਹਰਾ ਬਣਾ ਲੈਂਦਾ? ਇਹ ਜਿਹੜੇ ਘੋੜੇ ਵਾਲੇ ਹੈਗੇ ਇਹਨਾਂ ਨੇ ਸਿਰਫ ਘੋੜੇ ਬਣਾਉਣੇ ਆ, ਇਹਨਾਂ ਨੂੰ ਹੀ ਪ੍ਰੋਪਰ ਡਿਜ਼ਾਈਨਿੰਗ ਦੇਣੀ ਆ, ਪ੍ਰੋਪਰ ਇਹਨਾਂ ਕੋਲ ਐਕੂਰੇਸੀ ਨਾਲ ਟੂਲਸ ਲੈ ਕੇ ਦੇਣੇ ਇਹਨਾਂ ਨੂੰ, ਕਿਉਂਕਿ ਇਹ ਸਭ ਤੋਂ ਔਖਾ ਤੇ ਡਿਫਿਕਲਟ ਕੰਮ ਜਿਹਨੂੰ ਇਹਨੂੰ ਕਿਹਾ ਜਾਂਦਾ ਘੋੜੇ ਬਣਾਉਣ ਦੇ। ਘੋੜੇ ਦੇ ਵਾਲ, ਘੋੜੇ ਦਾ ਮੂੰਹ, ਉਹਦੇ ਦੰਦ, ਤਾਂ ਕਿ ਜਦੋਂ ਪੂਰਾ ਕੰਪਲੀਟ ਘੋੜਾ ਬਣੇ ਤੁਹਾਨੂੰ ਇਸ ਤਰ੍ਹਾਂ ਫੀਲ ਹੋਵੇ ਕਿ ਹਾਂ ਇਹ ਘੋੜੇ ਦਾ ਵਾਕਈ ਬਹੁਤ ਸੋਹਣਾ ਬਣਿਆ ਵਾ। ਇੱਕ ਕਾਰੀਗਰ ਕਿੰਨੇ ਪੀਸ ਬਣਾ ਲੈਂਦਾ ਵਾ ਰੋਜ਼ ਦੇ ਜਿਹੜੇ ਤੁਹਾਡੇ? ਦੇਖੋ ਜੀ ਡਿਪੈਂਡ ਕਰਦਾ ਜੀ ਕਿਹੋ ਜਿਹਾ ਪੀਸ ਬਣਾ ਰਿਹਾ। ਜੇ ਤੇ ਉਹ ਪੀਸ ਬਹੁਤ ਡਿਫਿਕਲਟ ਹੈ ਤੇ ਗਿਣਤੀ ਤੇ 10 ਤੋਂ 15 ਜਾਂ ਮੈਕਸਿਮਮ 20 ਬਣਾ ਸਕਦਾ ਹੈ, ਤੇ ਜੇ ਨਾਰਮਲ ਬਣਾ ਰਿਹਾ ਜਿਸ ਤਰ੍ਹਾਂ ਪਿਆਦੇ ਹੋ ਗਏ, ਊਂਠ ਹੋ ਗਏ, ਹਾਥੀ ਹੋ ਗਏ, ਤੇ ਉਹ 70 80 90 100 ਤੱਕ ਵੀ ਬਣਾ ਦਿੰਦਾ ਵਾ। ਇਹ ਡਿਪੈਂਡ ਕਰਦਾ ਜੀ ਕਿਹੋ ਜਿਹਾ ਉਹਨੂੰ ਪੀਸ ਦਿੱਤਾ ਸੀ ਬਣਾਉਣ ਵਾਸਤੇ ਤੇ ਕਿਹੋ ਜਿਹੀ ਕਾਰੀਗਰੀ ਕਰ ਰਿਹਾ ਹੋ। ਪੂਰੇ ਦੇਸ਼ ਦੇ ਵਿੱਚ 20 ਤੋਂ 25 ਫੈਕਟਰੀਆਂ ਹਨ ਜਿੱਥੇ ਸ਼ਤਰੰਜ ਦੇ ਮੋਹਰੇ ਤਿਆਰ ਹੁੰਦੇ ਨੇ। ਸ਼ਤਰੰਜ ਤਿਆਰ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜੀ ਜਾਂਦੀ ਆ। ਜ਼ਿਆਦਾ ਜਾਣਕਾਰੀ ਹਾਸਲ ਕਰ ਲੈਂਦੇ ਆ। ਰਿਸ਼ੀ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ, ਸਵਾਗਤ ਹੈ ਤੁਹਾਡਾ ਜੀ। ਥੈਂਕ ਯੂ ਜੀ। ਕੀ ਕਹਿਣਾ ਚਾਹੁੰਦੇ ਜੇ? ਦੇਸ਼ ਭਰ ਦੇ ਵਿੱਚ ਅਸੀਂ ਕਹਿ ਸਕਦੇ ਕਿ 20 ਤੋਂ 25 ਫੈਕਟਰੀਆਂ ਨੇ ਜਿੱਥੇ ਸਿਰਫ ਤੇ ਸਿਰਫ ਸ਼ਤਰੰਜ ਦੇ ਮੋਹਰੇ ਬਣਦੇ, ਸ਼ਤਰੰਜ ਬਣਦੀ ਹੈ ਲੱਕੜ ਦੀ। ਜੀ ਇਹ ਜੀ ਦੇਖੋ ਬੜਾ ਪੁਰਾਣਾ ਕਿਹਾ ਜਾਂਦਾ ਜੀ ਇਹਦੀ ਇਨਵੈਂਸ਼ਨ ਜਿਹੜੀ ਹੋਈ ਸੀ ਚੈਸ ਦੀ ਉਹ ਇੰਡੀਆ ਦੇ ਵਿੱਚ ਹੋਈ ਸੀ। ਇਸ ਚੀਜ਼ ਦਾ ਬੜਾ ਪ੍ਰਾਊਡ ਫੀਲ ਹੁੰਦਾ ਕਿ ਜੀ ਅਸੀਂ ਉਸ ਬਿਜ਼ਨਸ 'ਚ ਅੱਜ ਇਨਵੋਲਵਡ ਹੈਗੇ ਆ ਕਿ ਜਿਹੜਾ ਇੰਨਾ ਪੁਰਾਣਾ ਸਾਡਾ ਟ੍ਰੈਡੀਸ਼ਨਲ ਹੈਗਾ ਜਿਹਨੇ ਇਸ ਦੁਨੀਆ ਨੂੰ ਪੂਰੇ ਨੂੰ ਚੈਸ ਦਿੱਤੀ ਹੈ ਤੇ ਅੱਜ ਅਸੀਂ ਉਹਨੂੰ ਬਣਾ ਰਹੇ ਹਾਂ, ਪੂਰੀ ਦੁਨੀਆ 'ਚ ਐਕਸਪੋਰਟ ਕਰ ਰਹੇ ਹਾਂ। ਤੇ ਜਿੰਨੇ ਵੀ ਵੱਡੇ ਇੰਟਰਨੈਸ਼ਨਲ ਟੂਰਨਾਮੈਂਟਸ ਹੋ ਰਹੇ ਆ, US ਓਪਨ ਹੋ ਰਹੀਆਂ ਜਾਂ ਹੋਰ ਵੀ ਗੇਮਾਂ ਹੋ ਰਹੀਆਂ ਵਾ, ਤੇ ਉਹ ਸਾਰੀਆਂ ਸਾਡੀ ਉਹ ਸ਼ਤਰੰਜ ਤੇ ਹੋ ਰਹੀਆਂ ਜਿੰਦੀ ਅਸੀਂ ਪ੍ਰੋਡਕਸ਼ਨ ਕਰਦੇ ਪਏ ਹਾਂ, ਵਧੀਆ ਵਧੀਆ ਡਿਜ਼ਾਈਨਿੰਗ ਕਰਦੇ ਪਏ ਹਾਂ, ਤੇ ਪੂਰੇ ਦੇਸ਼ ਭਰ 'ਚ ਉਹ ਜਾ ਰਹੀਆਂ, ਪੂਰੀ ਦੁਨੀਆ 'ਚ ਜਾ ਰਹੀ ਹੈ। ਸਾਡਾ
ਉਸ ਬਿਜ਼ਨਸ ਪੂਰਾ ਵਰਲਡ ਦੇ ਵਿੱਚ ਵੱਡੀ ਗੱਲ ਹੈ। ਹੈਰਾਨ ਹੋਇਆ ਸੀ ਜਦੋਂ ਮੈਂ ਇੱਥੇ ਪਹੁੰਚਿਆ ਤਾਂ ਪਤਾ ਲੱਗਾ ਕਿ ਪੂਰੇ ਦੇਸ਼ ਭਰ ਦੇ ਵਿੱਚ ਸਿਰਫ ਤੇ 20 ਤੋਂ 25 ਫੈਕਟਰੀਆਂ ਨੇ ਤਾਂ ਵਰਲਡ ਦੇ ਵਿੱਚ ਜਾਂਦੀਆਂ ਨੇ। ਬੜੀ ਵੱਡੀ ਗੱਲ ਹੈ। ਹਾਂਜੀ, ਇਹ ਬੜਾ ਮਾਣਯੋਗ ਗੱਲ ਹੈਗੀ ਹੈ ਵੀ ਸਾਡੇ ਪੰਜਾਬ ਵਾਸਤੇ ਵੀ ਮਾਣ ਹੈ, ਸਾਡੇ ਹਿੰਦੁਸਤਾਨ ਵਾਸਤੇ ਵੀ ਮਾਣ ਹੈ ਕਿ ਅਸੀਂ ਉਸ ਬਿਜ਼ਨਸ ਨੂੰ ਲੀਡ ਕਰਦੇ ਪਏ ਹਾਂ ਪੂਰੀ ਦੁਨੀਆ ਦੇ ਵਿੱਚ, ਜਿਹਦੇ ਵਿੱਚ ਕਿ ਸਾਰੀ ਦੁਨੀਆ ਸਾਡੇ ਕਹਿ ਸਕਦੇ ਹੋ ਟੰਕਾ ਵੱਜਦਾ ਕਿ ਵੀ ਸਾਡਾ ਚੈਸ ਜਿਹੜਾ ਦੁਨੀਆ ਦੇ ਸਭ ਤੋਂ ਐਕਸਪੈਂਸਿਵ, ਸਭ ਤੋਂ ਸੋਹਣੀ ਡਿਜ਼ਾਈਨਿੰਗ ਜਿਹੜੀ ਹੈਗੀ ਹੈ ਅੰਮ੍ਰਿਤਸਰ ਤੇ ਬਣਦੀ ਹੈ ਉਹਦੀ। ਤਾਂ ਬਿਲਕੁਲ ਮੈਂ ਚਾਹਾਂਗਾ ਕਿ ਨਾਲ ਨਾਲ ਅਸੀਂ ਦਿਖਾ ਸਕੀਏ, ਦਰਸ਼ਕਾਂ ਨੂੰ ਦਿਖਾ ਸਕੀਏ ਕਿ ਕਿੱਥੋਂ ਸ਼ੁਰੂਆਤ ਹੁੰਦੀ ਹੈ, ਇਹ ਸਾਰੀ ਲੱਕੜ ਕਿੱਥੋਂ ਆਉਂਦੀ ਹੈ, ਕਿਹੜੀ ਲੱਕੜ ਹੈ, ਇਹਦੇ ਬਾਰੇ ਥੋੜੀ ਜਾਣਕਾਰੀ ਦਿਓ। ਇਹ ਲੱਕੜੀ ਹੈਗੀ ਜੀ ਸ਼ੀਸ਼ਮ ਦੀ ਲੱਕੜੀ ਹੈ ਜਿਹੜੀ ਪੰਜਾਬ 'ਚੋਂ ਹੈਗੀ ਆ, ਜਿਹਨੂੰ ਅਸੀਂ ਟਾਹਲੀ ਵੀ ਕਹਿ ਦਿੰਦੇ ਆ। ਤੇ ਇੱਕ ਰੋਜ਼ਵੁੱਡ ਆਉਂਦੀ ਹੈ ਜਿਹੜੀ ਛੱਤੀਸਗੜ੍ਹ ਤੋਂ ਆਉਂਦੀ ਹੈ, ਬੈਂਗਲੌਰ ਤੋਂ ਵੀ ਆਉਂਦੀ ਹੈ। ਹੋਰ ਇੱਕ ਡਿਕਾਮਲੀ ਹੈਗੀ ਆ, ਉਹ ਵੀ ਨਾਗਪੁਰ ਤੋਂ ਆਉਂਦੀ ਹੈ। ਜਾਂ ਹੋਰ ਵੀ ਬੜੀ ਤਰ੍ਹਾਂ ਦੀ ਲੱਕੜੀ ਹੈ ਜਿਹੜੀ ਯੂਜ਼ ਕਰਦੇ ਹਾਂ ਅਸੀਂ ਇੱਥੇ। ਕੇਂਦੂ ਲੱਕੜੀ ਹੈਗੀ ਆ, ਔਰ ਕੁਝ ਇੰਪੋਰਟ ਵੀ ਕਰਦੇ ਹਾਂ, ਜਿਸ ਤਰ੍ਹਾਂ ਪਡੋਕ ਹੋ ਗਈ, ਮੈਪਲਵੁੱਡ ਹੋ ਗਈ ਹੈ। ਇਹ ਸਾਰੀ ਅਸੀਂ ਇੰਪੋਰਟ ਕਰਦੇ ਹਾਂ ਕਿ ਤਾਂ ਕਿ ਵਧੀਆ ਤੋਂ ਵਧੀਆ ਕੁਆਲਿਟੀ ਬਣਾਈ ਜਾਏ। ਅੱਛਾ, ਇਹ ਲੱਕੜ ਹੋ ਗਈ। ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾ ਪੜਾਅ ਦੱਸੋ, ਪਹਿਲਾ ਪੜਾਅ ਕੀ ਹੈ? ਪਹਿਲਾਂ ਜੀ ਜਿਹੜੇ ਸਾਡੇ ਲੌਗਸ ਆਉਂਦੇ ਆ ਜਾਂ ਜਿਹੜੀ ਵੀ ਲੱਕੜੀ ਆਉਂਦੀ ਆ, ਤੇ ਉਹ ਅਸੀਂ ਪਹਿਲੇ ਵੱਡੇ ਆਰੇ ਮਸ਼ੀਨ ਤੇ ਲੈ ਕੇ ਉਹਦੇ ਸਲਾਈਸ ਕਰਦੇ ਹਾਂ ਪੂਰੇ, ਜਿਹਨੂੰ ਅਸੀਂ ਕਹਿ ਸਕਦੇ ਪੰਜਾਬੀ 'ਚ ਫੱਟੇ ਸਲੈਬਸ ਕਰਦੇ ਹਾਂ, ਜਿਸ ਤਰ੍ਹਾਂ ਕਿ ਇਹ ਤੁਹਾਨੂੰ ਦਿਖਾ ਰਹੇ ਆ। ਉਹਨੂੰ ਕਰਕੇ ਫਿਰ ਅਸੀਂ ਛੋਟੀ ਮਸ਼ੀਨ ਤੇ ਲੈ ਕੇ ਉਹਦੇ ਬਲੌਕਸ ਬਣਾਉਂਦੇ ਆ ਛੋਟੇ, ਜਿਹਨੂੰ ਕਿ ਟਰਨਿੰਗ ਮਸ਼ੀਨ ਤੇ ਜਾ ਕੇ ਅਸੀਂ ਸਭ ਤੋਂ ਪਹਿਲਾ ਪੜਾਅ ਹੈ ਵਾ ਜਿੱਥੇ ਕਟਿੰਗ ਹੋ। ਸਟਾਰਟਿੰਗ ਇੱਥੋਂ ਹੋਣੀ ਜੀ, ਅਸੀਂ ਲੱਕੜੀ ਦੀ ਕਟਿੰਗ ਕਰਾਂਗੇ, ਫਿਰ ਅਸੀਂ ਇਹਨੂੰ ਛੋਟੇ ਸਲਾਈਸਿਸ ਤੱਕ ਦੀ ਕਰ ਪਾਵਾਂਗੇ। ਉਸ ਤੋਂ ਬਾਅਦ ਦੂਸਰਾ ਪੜਾਅ ਦੂਸਰੇ ਪਾਸੇ। ਹਾਂਜੀ, ਦੂਸਰਾ ਪੜਾਅ ਇਹ ਬਲੌਕਸ ਕਰ ਰਹੇ ਆ ਇਹਦੇ ਛੋਟੇ ਛੋਟੇ ਬਲੌਕਸ ਕਰਾਂਗੇ ਮਸ਼ੀਨ ਦੇ ਸਾਈਜ਼ ਨਾਲ, ਤੇ ਜਿਹੜੀ ਚੈਸਟ ਦੀ ਸਾਈਜ਼ ਹੋਣਗੇ ਸਾਡੇ ਉਹਦੇ ਹਿਸਾਬ ਨਾਲ ਅਸੀਂ ਬਲੌਕਸ ਕਰਾਂਗੇ। ਇਹ ਸਾਈਜ਼ ਦੀ ਜੇ ਗੱਲ ਕੀਤੀ ਜਾਵੇ ਤਾਂ ਵੱਡੇ ਤੋਂ ਵੱਡਾ ਸਾਈਜ਼ ਕਿੰਨਾ ਹੁਣ ਤੱਕ ਬਣ ਚੁੱਕਿਆ ਲੱਕੜ? ਦੇਖੋ ਜੀ, ਅਸੀਂ ਇੱਕ ਟੂਰਨਾਮੈਂਟ ਦੇ ਹਿਸਾਬ ਨਾਲ ਚੱਲਦੇ ਹਾਂ, ਜਿਹੜੇ ਜਿਸ ਹਿਸਾਬ ਨਾਲ ਰਿਕੁਆਇਰਮੈਂਟ ਹੋਏ, ਵੱਡੇ ਤੋਂ ਵੱਡਾ 6 ਇੰਚੀ ਪੀਸਿਸ ਤੱਕ ਅਸੀਂ ਬਣਾਉਂਦੇ ਹਾਂ। ਤਾਂ ਬਿਲਕੁਲ ਇਸ ਤੋਂ ਅੱਗੇ ਅਸੀਂ ਚੱਲਾਂਗੇ। ਅਸੀਂ ਚਾਹਾਂਗੇ ਕਿ ਵਿਸਤਾਰ ਦੇ ਵਿੱਚ ਥੋੜਾ ਦੱਸਿਆ ਜਾਵੇ। ਦਰਸ਼ਕ ਜਿਹੜੇ ਦੇਖਣੇ ਉਹ ਚਾਹਵਾਨ ਹੁੰਦੇ ਨੇ ਕਿ ਜਿਹੜੀ ਸ਼ਤਰੰਜ ਅਸੀਂ ਖੇਲਦੇ ਹਾਂ, ਜਿਹਦੇ ਤੋਂ ਅਸੀਂ ਟੂਰਨਾਮੈਂਟ ਜਿੱਤਦੇ ਹਾਂ, ਉਹ ਬਣਦੀ ਕਿਸ ਤਰ੍ਹਾਂ, ਮਿਹਨਤ ਕਿੰਨੀ ਲੱਗਦੀ ਹੈ, ਤਾਂ ਅਸੀਂ ਸਾਰੀ ਦਿਖਾਣਾ ਚਾਹਾਂਗੇ। ਦੇਖੋ ਜੀ, ਇਹ ਜਿਹੜੀ ਚੈਸ ਬਣਾਉਣ ਦੀ ਹੈਗੀ ਆ, ਉਹਦਾ ਬੜੇ ਵੱਖਰੇ ਟੂਲਸ, ਹਜ਼ਾਰਾਂ ਟੂਲਸ ਲੱਗਦੇ ਨੇ ਇਹਦੇ ਵਿੱਚ। ਵੱਖਰੀ ਵੱਖਰੀ ਸਾਈਜ਼ਸ ਆ, ਵੱਖਰੀ ਵੱਖਰੀ ਡਿਜ਼ਾਈਨਿੰਗ ਆ, ਫਿਰ ਉਹਦੀ ਵੁੱਡ ਕੰਬੀਨੇਸ਼ਨਸ ਹੈਗੀਆਂ, ਕਿਸ ਲੱਕੜੀ ਦੇ ਨਾਲ ਕਿਹੜਾ ਕੰਬੀਨੇਸ਼ਨ ਹੈਗਾ, ਉਸ ਹਿਸਾਬ ਨਾਲ ਅਸੀਂ ਚੱਲਦੇ ਹਾਂ। ਹਰ ਡਿਜ਼ਾਈਨ ਦੀ ਆਪਣੀ ਵੱਖਰੀ ਵੱਖ ਡਿਜ਼ਾਈਨ ਜਿਹੜੇ ਆ ਡਿਜ਼ਾਈਨ, ਹਾਂਜੀ, ਉਹਦੇ ਵੱਖਰੇ ਟੂਲਸ ਨੇ, ਵੱਖਰੇ ਸਾਈਜ਼ਸ ਨੇ, ਵੱਖਰੀ ਲੱਕੜੀ ਹੈ। ਇਹ ਟੂਲ ਸਭ ਤੋਂ ਪਹਿਲੇ ਟੂਲ ਤਿਆਰ ਹੋ ਰਿਹਾ? ਹਾਂਜੀ, ਇਹ ਲੜਕਾ ਟੂਲ ਤਿਆਰ ਕਰ ਰਿਹਾ, ਉਹਨੂੰ ਸ਼ਾਰਪ ਕਰ ਰਿਹਾ, ਉਹਦੀ ਪ੍ਰੋਪਰ ਡਿਜ਼ਾਈਨਿੰਗ ਕਰਨਗੇ ਉਹਦੇ ਵਿੱਚ, ਜਿਸ ਹਿਸਾਬ ਨਾਲ ਉਹਦੀ ਰਿਕੁਆਇਰਮੈਂਟ ਹੈਗੀ। ਉਹਦੇ ਹੱਥ 'ਚ ਸੈਂਪਲ ਦਿੱਤਾ ਹੈ ਉਹਨੂੰ, ਉਸੇ ਹਿਸਾਬ ਨਾਲ ਦੇਖੋ ਪੂਰਾ ਫਿੱਟ ਹੋਏਗਾ ਉਹਦੇ ਉੱਤੇ। ਇਹ ਟੂਲ ਦੇਖੋ, ਇਹ ਟੂਲ ਬਿਲਕੁਲ ਫਿੱਟ ਕੀਤਾ ਜਾ ਰਿਹਾ। ਤਾਂ ਇਸ ਟੂਲ ਦੇ ਹਿਸਾਬ ਦੇ ਨਾਲ ਇਹ ਮੋਹਰੇ ਜਿਹੜੇ ਨੇ ਬਣ ਜਾਣੇ ਨੇ। ਪ੍ਰੋਪਰ ਸੇਮ ਡਿਜ਼ਾਈਨ ਆਏਗੀ, ਕੋਈ ਵੀ ਇਹਦੇ ਵਿੱਚ ਆਟੋਮੈਟਿਕ ਮਸ਼ੀਨ ਵਰਗੀ ਐਕੂਰੇਸੀ ਆਏਗੀ, ਇਹਦੇ ਵਿੱਚ ਕੋਈ ਫਰਕ ਨਹੀਂ ਆਏਗਾ। ਤਾਂ ਬਿਲਕੁਲ ਬਹੁਤ ਮਿਹਨਤ ਦਾ ਕੰਮ ਹੈ। ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਲੱਕੜ ਦੇ ਨਾਲ ਇਹ ਸਿਰਫ ਇੰਡੀਆ ਦੇ ਵਿੱਚ ਹੀ 20 ਤੋਂ 25 ਫੈਕਟਰੀਆਂ ਹੀ ਕਿਉਂ ਨੇ, ਜ਼ਿਆਦਾ ਕਿਉਂ ਨਹੀਂ? ਦੇਖੋ ਜੀ, ਇਹ ਲੋਕਾਂ ਨੇ ਬੜੀ ਕੋਸ਼ਿਸ਼ ਕੀਤੀ ਇਹਨੂੰ। ਇੰਡੀਆ ਦੇ ਵਿੱਚ ਵੀ ਸਿਰਫ ਅੰਮ੍ਰਿਤਸਰ 'ਚ ਫੈਕਟਰੀਆਂ ਹੈਗੀਆਂ ਲੱਕੜੀ ਦੀ ਚੈਸ ਦੀਆਂ, ਹੋਰ ਕਿਤੇ ਲੱਕੜੀ ਦੀ ਚੈਸ ਦੀ ਕਿਤੇ ਇੰਡੀਆ 'ਚ ਵੀ ਫੈਕਟਰੀ ਨਹੀਂ, ਸਿਰਫ ਅੰਮ੍ਰਿਤਸਰ ਦੇ ਵਿੱਚ ਹੈਗੀ ਆ। ਇਹਨਾਂ ਨੇ ਬੜੇ ਹੋਰ ਸਟੇਟਾਂ ਨੇ ਜਾਂ ਹੋਰ ਲੋਕਾਂ ਨੇ ਵੀ, ਬਾਹਰ ਕੰਟਰੀਆਂ ਨੇ ਵੀ ਟਰਾਈ ਕੀਤੀ, ਇਵਨ ਚਾਈਨਾ ਨੇ ਵੀ ਕੀਤੀ ਆ, ਉਹ ਫੇਲ ਹੋ ਗਈ। ਐਡੀ ਡੀਪ ਵਰਕਮੈਨਸ਼ਿਪ ਨਹੀਂ ਦਿਖਾ ਬਣੀ ਹੈ, ਪਲਾਸਟਿਕ ਦੇ ਬਣ ਜਾਂਦੇ। ਪਲਾਸਟਿਕ 'ਚ ਪ੍ਰੋਡਕਸ਼ਨ ਤੁਸੀਂ ਮਾਸ ਪ੍ਰੋਡਕਸ਼ਨ ਕਰ ਸਕਦੇ ਹੋ, ਲੇਕਿਨ ਲੱਕੜ ਵਰਗੀ ਕੁਆਲਿਟੀ, ਜਾਂ ਜਿੰਨੇ ਟੂਰਨਾਮੈਂਟ ਖੇਲਣਾ ਹੈ ਜਾਂ ਜਿੰਨੇ ਬੜੀ ਹਾਈ ਕੁਆਲਿਟੀ ਦੀ ਚੈਸ ਰੱਖਣੀ ਆ, ਕਈ ਚੈਸ ਕਲੈਕਟਰ ਨੇ ਜਿਨ੍ਹਾਂ ਨੇ ਬੜੀ ਅੱਛੀ ਰੱਖਣੇ ਚਾਹੁੰਦੇ, ਜਿਹੜੀ ਕਿਸੇ ਕੋਲ ਚੈਸ ਨਾ ਹੋਏ, ਉਹ ਸਿਰਫ ਅੰਮ੍ਰਿਤਸਰ ਦੀ ਚੈਸ ਹੀ ਖਰੀਦੇਗਾ, ਦੂਜੀ ਪਲਾਸਟਿਕ ਦੀ ਚੈਸ ਨਹੀਂ ਖਰੀਦੇਗਾ। ਬਿਲਕੁਲ ਸਹੀ ਗੱਲ ਹੈ ਕਿ ਉਹ ਪਲਾਸਟਿਕ ਦੀ ਨਹੀਂ ਖਰੀਦੇਗਾ ਜੋ ਲੱਕੜ ਦੇ ਵਿੱਚ ਗੱਲਬਾਤ ਆ। ਤਾਂ ਦੇਖੋ ਕਿੰਨੀ ਸਫਾਈ ਦੇ ਨਾਲ ਪੀਸ ਜਿਹੜੇ ਬਣਾਏ ਗਏ ਨੇ। ਇਹ ਹਾਥੀ ਇਹਨੂੰ ਕਹਾਂਗੇ ਨਾ? ਹਾਂਜੀ, ਇਹ ਹਾਥੀ ਹੈ ਜੀ। ਆ ਦੇਖੋ ਕਿੰਨੀ ਸਫਾਈ ਦੇ ਨਾਲ। ਇਹਦੇ ਵਿੱਚ ਅਸੀਂ ਇਹ ਕਹਿ ਸਕਦੇ ਜਿਸ ਤਰ੍ਹਾਂ ਮਸ਼ੀਨ ਦੇ ਨਾਲ ਸੱਚਾ ਬਣਾਇਆ ਗਿਆ, ਮਸ਼ੀਨ ਦੇ ਵਿੱਚ ਇਹਨੂੰ ਢਾਲਿਆ ਗਿਆ, ਇਸ ਤਰ੍ਹਾਂ ਲੱਗਦਾ ਪਿਆ। ਤਾਂ ਇਹ ਹੱਥ ਨਾਲ ਕਾਰੀਗਰੀ ਕੀਤੀ ਹੈ, ਤੇ ਇਹ ਕਾਰੀਗਰੀ ਵਾਕਿਆ ਹੀ ਅਸੀਂ ਕਹਿ ਸਕਦੇ ਕਿ ਇਹ ਕਾਰੀਗਰੀ ਨਹੀਂ ਹੋ ਸਕਦੀ ਜਿਹੜੀ ਕਾਰੀਗਰੀ ਕੀਤੀ ਹੋਈ ਹੈ ਕਾਰੀਗਰ ਨੇ। ਤਾਂ ਹੋਰ ਅੱਗੇ ਕੀ ਬਣਦਾ ਪਿਆ? ਅੱਗੇ ਜੀ ਇਹਨੂੰ ਬਣਾ ਰਹੇ ਹਾਂ ਅਸੀਂ, ਊਡ ਬਣਾ ਰਿਹਾ ਦਾ, ਬਿਸ਼ਪ ਵੀ ਕਿਹਾ ਜਾਂਦਾ, ਇਹਨੂੰ ਅੰਗਰੇਜ਼ੀ 'ਚ ਬਿਸ਼ਪ ਕਹਿੰਦੇ ਆ। ਓਕੇ, ਅੱਛਾ, ਹੁਣ ਇਹ ਬਣਦਾ ਪਿਆ। ਤਾਂ ਇਹ ਦੇਖੋ, ਇਹ ਜਿਹੜੀ ਕਾਰੀਗਰੀ, ਕਾਰੀਗਰ ਜਿਹੜੇ ਕਿੰਨੇ ਪੁਰਾਣੇ ਤੁਹਾਡੇ ਕੋਲ ਲੱਗੇ? ਦੇਖੋ ਜੀ, ਕਾਰੀਗਰ ਸਾਡੇ ਕੋਲ ਬੜੇ, ਕੋਈ 20 ਸਾਲ ਤੋਂ ਪੁਰਾਣਾ, ਕੋਈ 15 ਸਾਲ ਤੋਂ ਪੁਰਾਣਾ, ਕੋਈ 10 ਸਾਲ, ਕੁਝ ਨਵੇਂ ਟ੍ਰੇਨਿੰਗ ਲੈ ਰਹੇ ਨੇ ਸਾਡੇ ਕੋਲ ਅੱਗੇ, ਕਿਉਂਕਿ ਇਹ ਇੱਕ ਹੱਦ ਦਾ ਕੰਮ ਹੈਗਾ ਜਿਹੜਾ ਕਿ ਖਤਮ ਹੋਈ ਜਾ ਰਿਹਾ ਡੇ ਬਾਈ ਡੇ। ਜਿਸ ਤਰ੍ਹਾਂ ਜੈਪੁਰ ਵੀ ਸਾਡਾ ਹੈਂਡੀਕ੍ਰਾਫਟ ਦਾ ਬਹੁਤ ਕੰਮ ਸੀ ਲੋਕਾਂ ਦਾ, ਤੇ ਉਹ ਵੀ ਇੱਕੋ ਜਗ੍ਹਾ ਤੋਂ ਮਾਰ ਖਾਂਦੇ ਪਏ ਕਿ ਜੀ ਉਹਨਾਂ ਕੋਲ ਕਾਰੀਗਰੀ ਦੀ ਬੜੀ ਮੁਸ਼ਕਿਲ ਆਉਂਦੀ ਪਈ ਉਹਨਾਂ ਨੂੰ। ਤੇ ਸਾਡੇ ਕੰਮ 'ਚ ਵੀ ਬਿਜ਼ਨਸ 'ਚ ਇਹ ਇਫੈਕਟ ਪੈ ਰਿਹਾ ਕਿ ਵੀ ਅੱਗੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਉਹ ਹੱਥ ਦੇ ਕੰਮ 'ਚ ਨਹੀਂ ਪੈਣਾ ਚਾਹੁੰਦੀ। ਅੱਛਾ, ਕੁੱਲ ਸਮਾਂ ਕਿੰਨਾ ਹੋ ਚੁੱਕਿਆ ਤੁਹਾਨੂੰ? ਸਮਾਂ ਕਿੰਨਾ ਹੋ ਚੁੱਕਿਆ, ਕਿੰਨੀਆਂ ਪੀੜ੍ਹੀਆਂ ਹੋ ਚੁੱਕੀਆਂ ਨੇ ਇਸ ਕੰਮ ਨੂੰ ਕਰਦੇ? ਦੇਖੋ ਜੀ, ਮੇਰੇ ਗ੍ਰੈਂਡਫਾਦਰ ਤੋਂ ਇਹ ਕੰਮ ਚਾਲੂ ਹੈ ਸਾਡਾ। ਅਸੀਂ 1962 ਦੇ ਇਸ ਬਿਜ਼ਨਸ ਦੇ ਵਿੱਚ ਹੈਗੇ ਹਾਂ, ਤੇ ਮੈਂ ਤੀਸਰੀ ਪੀੜ੍ਹੀ ਹਾਂ ਇਸ ਬਿਜ਼ਨਸ ਦੇ ਵਿੱਚ। ਮੈਂ ਤੇ ਮੇਰਾ ਬ੍ਰਦਰ ਗੌਰਵ ਸ਼ਰਮਾ, ਅਸੀਂ ਤੀਸਰੀ ਪੀੜ੍ਹੀ ਹੈਗੇ ਜਿਹੜਾ ਇਸ ਬਿਜ਼ਨਸ ਨੂੰ ਰਨ ਕਰਦੇ ਪਏ ਹਾਂ ਅੱਗੇ। ਤੇ
ਅਸੀਂ ਸਭ ਤੋਂ ਪੁਰਾਣੇ ਇੰਡੀਆ ਦੇ ਵਿੱਚ ਸਭ ਤੋਂ ਪੁਰਾਣੀ ਸਾਡੀ ਕੰਪਨੀ ਹੈਗੀ ਆ, ਅਸੀਂ ਹੈਗੇ ਹਾਂ। ਅੱਛਾ, ਮੈਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਕਿ ਇਹ ਕਾਰੀਗਰ ਜਿਹੜੇ ਨੇ ਉਹ 20-20 ਸਾਲ ਤੋਂ ਇੱਥੇ ਲੱਗੇ ਤੇ ਇੱਕ ਕੋਈ ਹੋਰ ਬਣਾ ਸਕੇ। ਮੈਨੂੰ ਲੱਗਦਾ ਨਹੀਂ ਪਿਆ ਕਿ ਕੋਈ ਹੋਰ ਇਸ ਤਰ੍ਹਾਂ ਲੱਕੜ ਦੀ ਬਣਾ ਸਕੇ ਗਾਂ ਆਉਣ ਵਾਲੇ ਸਮੇਂ 'ਚ, ਕਿਉਂਕਿ ਜ਼ਮਾਨਾ ਬਹੁਤ ਫਾਰਵਰਡ ਹੋ ਚੁੱਕਿਆ। ਪਰ ਮਹਿਸੂਸ ਨਹੀਂ ਲੱਗਦਾ ਪਿਆ ਉਹ ਕਹਿਣਗੇ ਲੱਕੜ ਦੀ ਨਹੀਂ ਬਣਦੀ ਤੇ ਪਲਾਸਟਿਕ ਦੀ ਬਣਾ ਲੈਣੇ ਜਾਂ ਫਿਰ ਕੋਈ ਹੋਰ ਚੀਜ਼ ਦੀ ਬਣਾ ਲੈਣੇ। ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਮਹਿਜ ਵਿੱਚ ਪਹਿਲੇ ਵੀ ਸੀ ਤੇ ਅੱਗੇ ਵੀ ਰਹੇਗੀ ਮੇਰੇ ਸਾਹਮਣੇ। ਹਾਂਜੀ ਜੀ, ਪਹਿਲਾਂ ਵੀ ਇਸ ਤਰ੍ਹਾਂ ਹੀ ਸੀ ਜੀ। ਪਹਿਲਾਂ ਵੀ ਲੱਕੜੀ ਦੀ ਚੈਸ ਜਿਹੜੀ ਸੀ ਬੜੀ ਪਪੂਲਰ ਹੁੰਦੀ ਸੀ। ਅੱਜ ਵੀ ਉਹ ਲੱਕੜੀ ਦੀ ਚੈਸ ਜਿਹਨੇ ਖੇਲਣੀ ਆ ਉਹ ਲੱਕੜੀ ਦੀ ਚੈਸ ਹੀ ਲੈਂਦਾ, ਉਹ ਪਲਾਸਟਿਕ ਵੱਲ ਨਹੀਂ ਜਾਂਦਾ, ਨਾ ਮੈਟਲ ਦੀ ਚੈਸ ਲੈਂਦਾ। ਜਿੰਨੇ ਅੱਛੀ ਪ੍ਰੋਫੈਸ਼ਨਲ ਗੇਮ ਖੇਲਣੀ ਆ ਉਹ ਲੱਕੜੀ ਦੀ ਚੈਸ ਹੀ ਲੈਂਦਾ, ਜਾਂ ਗਿਫਟ ਕਰਨ ਵਾਸਤੇ ਪਰਪਸ ਵਾਸਤੇ, ਜਾਂ ਚੈਸ ਕਲੈਕਟਰਸ ਨੇ ਉਹ ਸਿਰਫ ਲੱਕੜੀ ਦੀ ਚੈਸ ਹੀ ਖੇਲਣਾ ਪਸੰਦ ਕਰਦੇ ਨੇ। ਬਿਲਕੁਲ, ਜਿੰਨੇ ਮੋਹਰੇ ਹੁੰਦੇ ਨੇ ਚੈਸ ਦੇ ਉੱਤੇ ਉਹ ਹਰ ਇੱਕ ਦਾ ਵੱਖਰਾ ਵੱਖਰਾ ਕਾਰੀਗਰ ਹੈ ਜਾਂ ਫਿਰ ਜਿਹੜਾ ਮਰਜੀ ਕਾਰੀਗਰ ਜਿਹੜੀ ਮਰਜੀ ਮੋਹਰਾ ਬਣਾ ਲੈਂਦਾ। ਦੇਖੋ ਜੀ, ਅਸੀਂ ਕਾਰੀਗਰਾਂ ਨੂੰ ਟ੍ਰੇਨਿੰਗ ਐਸਾ ਬਣਾਉਂਦੇ ਹਾਂ ਕਿ ਹਰ ਬੰਦਾ ਹਰ ਮੋਹਰਾ ਬਣਾ ਸਕੇ। ਕੱਲ ਨੂੰ ਸਾਡੇ ਕੋਈ ਲੜਕਾ ਸਾਡਾ ਕੰਮ ਛੱਡ ਕੇ ਜਾਂਦਾ ਜਾਂ ਕੁਝ ਛੁੱਟੀਆਂ ਵਾਸਤੇ ਜਾਂਦਾ ਵਾ ਤੇ ਸਾਡੇ ਸਾਰੇ ਲੜਕੇ ਜਿੰਨੇ ਵੀ ਕੈਪੇਬਲ ਹੈਗੇ ਆ ਕਿ ਉਹ ਬਾਦਸ਼ਾਹ ਤੋਂ ਲੈ ਕੇ ਰਾਣੀ ਹੋ ਗਿਆ, ਫੀਲਾ ਹੋ ਗਿਆ, ਊਂਟ ਹੋ ਗਿਆ, ਘੋੜਾ ਹੋ ਗਿਆ, ਪਿਆਦਾ ਹੋ ਗਿਆ, ਇਹ ਸਾਰੇ ਕੈਪੇਬਲ ਹੈਗੇ ਨੇ, ਬਣਾ ਸਕਦੇ ਨੇ ਜਿਹੜੇ ਮਰਜ਼ੀ ਜਿਹੜੀ ਮਰਜ਼ੀ ਚੀਜ਼। ਤਾਂ ਇਸ ਤੋਂ ਅੱਗੇ ਜਦੋਂ ਇੱਥੋਂ ਇਹ ਸਾਰਾ ਪੜਾਅ ਖਤਮ ਹੋ ਜਾਂਦਾ ਉਸ ਤੋਂ ਬਾਅਦ ਅਗਲਾ ਸਟੈਪ ਕੀ ਹੁੰਦਾ? ਉਸ ਤੋਂ ਬਾਅਦ ਅਗਲਾ ਸਟੈਪ ਸਾਡਾ ਹੈਗਾ ਅਸੀਂ ਘੋੜੇ ਬਣਾਉਂਦੇ ਹਾਂ। ਜਿਸ ਤਰ੍ਹਾਂ ਲੜਕੇ ਉੱਪਰ ਘੋੜੇ ਕਾਰਵਿੰਗ ਕਰਦੇ ਆ, ਉਹਨੂੰ ਪ੍ਰੋਪਰ ਡਿਜ਼ਾਈਨਿੰਗ ਦਿੰਦੇ ਆ ਉਹਨੂੰ ਕਿ ਕਿਸ ਤਰ੍ਹਾਂ ਬਣਾਉਣਾ, ਕਿਸ ਸ਼ੇਪ ਨਾਲ ਬਣਾਉਣਾ, ਉਹ ਘੋੜੇ ਬਣਾਉਣਗੇ। ਮੈਂ ਚਾਹਾਂਗਾ ਕਿ ਅਸੀਂ ਉਹ ਵੀ ਚੱਲ ਕੇ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਘੋੜੇ ਬਣਾਏ ਜਾਂਦੇ ਨੇ, ਹੋਰ ਜਿਹੜੇ ਡਿਜ਼ਾਈਨਿੰਗ ਜਿਹੜੀ ਪੈਂਦੀ ਹੈ, ਕਿਉਂਕਿ ਘੋੜੇ ਦੀ ਡਿਜ਼ਾਈਨਿੰਗ ਸਭ ਤੋਂ ਔਖੀ ਹੁੰਦੀ ਹੈ ਨਾ। ਹਾਂਜੀ ਹਾਂਜੀ, ਘੋੜੇ 'ਚ ਬਹੁਤ ਮਿਹਨਤ ਲੱਗਦੀ ਹੈ ਜੀ। ਘੋੜੇ ਦੀ ਬਹੁਤ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਹੁੰਦੀ ਹੈ। ਤਾਂ ਸਭ ਤੋਂ ਔਖਾ ਕੰਮ, ਸਭ ਤੋਂ ਕਾਰੀਗਰੀ ਵਾਲਾ ਕੰਮ ਘੋੜਿਆਂ ਦੇ ਵਾਲ ਬਣਾਉਣੇ। ਤਾਂ ਅਸੀਂ ਇਸ ਵਕਤ ਉੱਥੇ ਪਹੁੰਚ ਗਏ। ਇੱਕ ਵਾਰ ਤਸਵੀਰ ਸਾਂਝੀ ਕਰੋ ਕਿਸ ਤਰੀਕੇ ਨਾਲ ਭਾਜੀ ਇਹ ਜਿਹੜੇ ਕਾਰੀਗਰ ਨੇ ਇਹ ਵੱਖਰੇ, ਇੱਥੇ ਇਹਨਾਂ ਦਾ ਸਿਰਫ ਇਹੋ ਹੀ ਜ਼ਿਆਦਾ ਖਾਸ ਕੰਮ? ਇਹ ਜਿਹੜੇ ਘੋੜੇ ਵਾਲੇ ਹੈਗੇ ਇਹਨਾਂ ਨੇ ਸਿਰਫ ਘੋੜੇ ਬਣਾਉਣੇ ਆ, ਇਹਨਾਂ ਨੂੰ ਹੀ ਪ੍ਰੋਪਰ ਡਿਜ਼ਾਈਨਿੰਗ ਦੇਣੀ ਆ, ਪ੍ਰੋਪਰ ਇਹਨਾਂ ਕੋਲ ਐਕੂਰੇਸੀ ਨਾਲ ਟੂਲਸ ਲੈ ਕੇ ਦੇਣੇ ਇਹਨਾਂ ਨੂੰ, ਕਿਉਂਕਿ ਇਹ ਸਭ ਤੋਂ ਔਖਾ ਤੇ ਡਿਫਿਕਲਟ ਕੰਮ ਇਹਨੂੰ ਕਿਹਾ ਜਾਂਦਾ ਘੋੜੇ ਬਣਾਉਣ ਦੇ। ਘੋੜੇ ਦੇ ਵਾਲ, ਘੋੜੇ ਦਾ ਮੂੰਹ, ਇਹਦੇ ਦੰਦ, ਤਾਂ ਕਿ ਜਦੋਂ ਪੂਰਾ ਕੰਪਲੀਟ ਘੋੜਾ ਬਣੇ ਤੁਹਾਨੂੰ ਇਸ ਤਰ੍ਹਾਂ ਫੀਲ ਹੋਵੇ ਕਿ ਹਾਂ ਇਹ ਘੋੜੇ ਦਾ ਵਾਕਈ ਬਹੁਤ ਸੋਹਣਾ ਬਣਿਆ ਹੋਇਆ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ। ਦੇਖੋ ਕਿਸ ਤਰੀਕੇ ਦੇ ਨਾਲ ਕਾਰੀਗਰੀ ਉਧਰ ਚੱਲਦੀ ਪਈ ਹੈ। ਵਾਲ ਬਣਾਏ ਜਾ ਰਹੇ ਆ, ਫਿਲਹਾਲ ਵਾਲ ਬਣਾਏ ਜਾ ਰਹੇ ਨੇ, ਦੰਦ ਬਣਾਏ ਜਾਂਦੇ ਨੇ। ਤਾਂ ਮੈਂ ਇੱਕ ਦਿਖਾਵਾਂਗਾ ਵੀ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਕਾਰੀਗਰੀ ਕੀਤੀ ਹੋਈ ਆ। ਪਹਿਲੇ ਇੱਧਰ ਦੇਖੋ ਕਿਸ ਤਰੀਕੇ ਨਾਲ ਵਾਲ ਬਣਾਏ ਜਾ ਰਹੇ ਨੇ। ਦੂਸਰਾ ਘੋੜਾ ਇਹ ਜੇ ਅਨਤਿਆਰ ਹੈ, ਪੂਰਾ ਫੁੱਲ ਤਿਆਰ ਨੇ, ਹੈ ਨਾ। ਤਾਂ ਇਹ ਦੇਖੋ ਇਹ ਪੂਰਾ ਤਿਆਰ ਨਹੀਂ ਆ ਹਜੇ, ਇਹ ਤਿਆਰੀਆਂ ਇਹਦੀਆਂ ਚੱਲਦੀਆਂ ਪਈਆਂ ਨੇ। ਜਿਸ ਤਰੀਕੇ ਨਾਲ ਇਹ ਬਣਾਇਆ ਜਾ ਰਿਹਾ, ਦੇਖੋ ਖੂਬਸੂਰਤੀ ਦੇਖੋ। ਇਹ ਲੱਗਦਾ ਕਿ ਜਿਸ ਤਰ੍ਹਾਂ ਮਸ਼ੀਨ ਦੇ ਵਿੱਚੋਂ ਢਾਲ ਕੇ ਕੱਢਿਆ ਹੁੰਦਾ ਪਲਾਸਟਿਕ ਦਾ, ਤੇ ਇਹ ਲੱਕੜ ਦਾ ਵਾ, ਇਹ ਹੱਥ ਨਾਲ ਕਾਰੀਗਰੀ ਕੀਤੀ ਹੈ। ਤਾਂ ਚੱਲਦੇ ਅੱਗੇ ਵੀ ਦਿਖਾਣੇ ਤੁਹਾਨੂੰ ਕਿ ਅੱਗੇ ਕੀ ਕੀ ਪੜਾਵ ਨੇ, ਕਿਸ ਤਰੀਕੇ ਦੇ ਨਾਲ ਇਹ ਸਾਰੀ ਸ਼ਤਰੰਜ ਅਤੇ ਚੈਸ ਬੋਰਡ ਜਿਹੜਾ ਵਾ ਉਹ ਬਣਾਇਆ ਜਾਂਦਾ ਹੈ। ਤਾਂ ਅਗਲੇ ਪੜਾਵ ਦੇ ਉੱਤੇ ਪਹੁੰਚ ਗਏ ਆ। ਦੇਖੋ ਇੱਥੇ ਵੀ ਕਾਰੀਗਰ ਜਿਹੜੇ ਨੇ ਵੱਖ-ਵੱਖ ਤਰੀਕੇ ਦੇ ਨਾਲ ਕਾਰੀਗਰੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ। ਤਾਂ ਸਭ ਤੋਂ ਪਹਿਲਾਂ ਜਿਹੜਾ ਦਰਵਾਜ਼ੇ ਉੱਤੇ ਆ ਪਹਿਲਾ ਜਿਹੜਾ ਕਾਰੀਗਰ ਲੱਗਾ, ਇਹ ਕੀ ਕਰਦੇ ਪਏ ਨੇ? ਇਹ ਜੀ ਦੇਖੋ ਹਰ ਇੱਕ ਪੀਸ ਦੇ ਵਿੱਚ ਨਾ ਵੇਟਡ ਕਰਦੇ ਆ, ਅਸੀਂ ਇਹਨੂੰ ਵੇਟ ਪਾਉਂਦੇ ਆ, ਲੋਹੇ ਦਾ ਵੇਟ ਪਾਉਂਦੇ ਆ, ਇਹਨੂੰ ਹੈਵੀ ਕਰਦੇ ਆ ਤਾਂ ਕਿ ਖੇਲਣ ਵੇਲੇ ਤੁਹਾਡੇ ਪੀਸਿਸ ਗਿਰਨ ਨਾ ਬੋਰਡ ਦੇ ਉੱਤੇ। ਲੋਹੇ ਦਾ ਪੀਸ ਪਾਇਆ ਜਾ ਰਿਹਾ ਵਿੱਚ? ਇਹਦੇ ਵਿੱਚ ਹੋਲ ਕਰਦੇ ਪਏ ਆ ਇਹਦੇ ਉੱਤੇ ਪਿਛਲੇ ਪੰਨੇ, ਤੇ ਉਹ ਹੋਲ ਕਰਕੇ ਅਸੀਂ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਇਹਦੇ ਵਿੱਚ ਲੋਹਾ ਪੈਂਦਾ ਤਾਂ ਕਿ ਵੇਟ ਕਿਸ ਤਰ੍ਹਾਂ ਪਾਇਆ ਜਾਂਦਾ। ਤਾਂ ਬਿਲਕੁਲ ਇਹ ਜਿਹੜੇ ਹੋਲ ਕੀਤੇ ਜਾ ਰਹੇ ਨੇ, ਤਾਂ ਉਸ ਤੋਂ ਬਾਅਦ ਅੱਗੇ ਵੀ ਅਸੀਂ ਕੁਝ ਤਸਵੀਰਾਂ, ਇਹ ਬਾਅਦ ਚ ਅਗਲਾ ਪੜਾਅ ਹੈ ਜਾਂ ਇਸ ਤੋਂ ਪਹਿਲਾਂ ਦਾ? ਇਹ ਅਗਲਾ ਪੜਾਅ ਹੈ। ਪਹਿਲਾਂ ਤੁਹਾਨੂੰ ਅਸੀਂ ਇਹਨੂੰ ਉਹਦੇ ਵਿੱਚ ਕਿਸ ਤਰ੍ਹਾਂ ਲੋਹਾ ਪਾਉਂਦੇ ਆ ਉਹ ਤੁਹਾਨੂੰ ਦੱਸਦੇ ਆ। ਬਿਲਕੁਲ ਬਿਲਕੁਲ, ਲੋਹਾ ਕਿਸ ਤਰ੍ਹਾਂ ਪਾਉਂਦੇ ਆ ਤਾਂ ਇਹ ਦੇਖਦੇ ਆ। ਇੱਧਰ ਪਾਸੇ ਦੂਸਰੇ ਪਾਸੇ ਇਹ ਤਸਵੀਰ ਜਿਹੜੀ ਹੈ ਉਹ ਵੀ ਤੁਹਾਨੂੰ ਸਾਂਝੀ ਕਰਦੇ ਆ। ਤਾਂ ਇਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਲੋਹੇ ਦੀਆਂ ਟਿੱਕੀਆਂ ਜਿਹੜੀਆਂ ਨੇ, ਆਹ ਦੇਖੋ ਆ ਲੋਹੇ ਦੀਆਂ ਟਿੱਕੀਆਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਇਹ ਫਿੱਟ ਕੀਤੀਆਂ ਜਾਣਗੀਆਂ ਇਸ ਤਰ੍ਹਾਂ। ਇੱਕ ਵਾਰ ਕਰਕੇ ਦਿਖਾਓ ਫਿੱਟ। ਸਰ ਕਿੰਨਾ ਵਜਨ ਹੋਏਗਾ ਇਸ ਟਿੱਕੀ? ਦੇਖੋ ਜੀ ਹਰ ਪੀਸ ਦੇ ਹਿਸਾਬ ਨਾਲ ਇਹਦੇ ਵਿੱਚ weight ਪਾਇਆ ਜਾਂਦਾ ਵਾ। ਇਸ ਤਰ੍ਹਾਂ ਨਹੀਂ ਕਿ ਹਰ ਟਿੱਕੀ ਕਿਸੇ 'ਚ ਵੀ ਪਾ ਦਿੱਤੀ ਜਾਏ। ਹਰ ਇੱਕ ਦਾ ਐਕੂਰੇਟ ਉਸ ਹਿਸਾਬ ਨਾਲ ਹੋਲ ਕਰਦੇ ਆ, ਉਸੇ ਹਿਸਾਬ ਨਾਲ ਉਹਦੇ ਵਿੱਚ weight ਪਾਣਾ। ਕਿਸੇ 'ਚ ਡਬਲ weight ਕਰਦੇ ਆ, ਕਿਸੇ 'ਚ ਟ੍ਰਿਪਲ weight ਕਰਦੇ ਆ, ਤਾਂ ਕਿ ਜਿੰਨਾ ਹੈਵੀ ਹੋਏਗਾ ਚੈਸ ਉਹਨੇ ਵਧੀਆ ਤਰੀਕੇ ਨਾਲ ਤੁਹਾਡੇ ਹੱਥ 'ਚ ਆਏਗਾ, ਉਹਨੂੰ ਖੇਲ ਸਕਦੇ ਹੋ ਤੁਸੀਂ ਬੜੇ ਵਧੀਆ ਤਰੀਕੇ ਨਾਲ। ਇਹ ਦੇਖੋ ਲੋਹਾ ਭਰਨ ਤੋਂ ਬਾਅਦ ਉਹਦੇ ਵਿੱਚ ਅਸੀਂ POP ਜਿਹਨੂੰ ਪਲਾਸਟਰ ਆਫ ਪੈਰਿਸ ਕਿਹਾ ਜਾਂਦਾ ਉਹ ਉਹਨਾਂ ਕਵਰ ਕਰ ਦਿੰਦੇ ਆ ਤਾਂ ਕਿ ਪਿੱਛੇ ਸਕ੍ਰੈਚ ਨਾ ਆਵੇ, ਨਾ ਕਿਸੇ ਲੋਹੇ ਦਾ ਦਾਗ ਹੈ, ਨਾ ਤੁਹਾਨੂੰ ਪਤਾ ਲੱਗੇ ਕਿ ਇਹਦੇ ਵਿੱਚ ਲੋਹਾ ਭਰਿਆ। ਅੱਛਾ, POP ਭਰਨ ਤੋਂ ਬਾਅਦ ਇਹਨੂੰ ਰੇਗਮਾਰ ਵੀ ਕਰਨਾ ਜਾਵੇਗਾ? ਪ੍ਰੋਪਰ ਕਲੀਨਿੰਗ ਕੀਤਾ ਜਾਏਗਾ, ਰੇਗਮਾਰ ਨਾਲ ਪੂਰਾ ਇਹਨੂੰ ਸਰਫੇਸ ਵਾਲਾ ਸਾਫ਼ ਕੀਤਾ ਜਾਏਗਾ। ਉਸ ਤੋਂ ਬਾਅਦ ਇਹਨੂੰ ਪੋਲਿਸ਼ਿੰਗ ਤੇ ਲੈ ਕੇ ਜਾਵਾਂਗੇ ਪੀਸਿਸ ਨੂੰ। ਬਿਲਕੁਲ ਬਿਲਕੁਲ, ਫਿਰ ਪੋਲਿਸ਼ ਹੋਏਗੀ। ਤਾਂ ਹੋਰ ਇਸ ਤੋਂ ਬਾਅਦ ਫਿਰ ਅਸੀਂ ਕਿੱਥੇ ਜਾਣਾ? ਇਸ ਤੋਂ ਬਾਅਦ ਅਸੀਂ ਪੈਕੇਜਿੰਗ ਕਰਾਂਗੇ ਇੱਥੇ ਕਿ ਕਿਸ ਤਰ੍ਹਾਂ ਪੈਕੇਜਿੰਗ ਕਰਦੇ ਆ, ਚੈਕਿੰਗ ਹੁੰਦੀ ਹੈ ਸਾਡੀ। ਕੋਈ ਪੀਸ ਖਰਾਬ ਨਿਕਲਦੇ ਕਿਸ ਤਰ੍ਹਾਂ ਹੀ ਉਹਨੂੰ ਚੈੱਕ ਕਰਦੇ ਆ। ਬਿਲਕੁਲ, ਇਹ ਚੈੱਕ ਕਰਨ ਵਾਸਤੇ ਜਿਹੜੇ ਕਾਰੀਗਰ ਲੱਗੇ ਹੋਏ ਨੇ। ਤੇ ਇਹ ਤਸਵੀਰ ਦਿਖਾਓ, ਦੇਖੋ ਇੱਥੇ ਜਦੋਂ ਲੋਹੇ ਦੀ ਜਿਹੜੀਆਂ ਟਿੱਕੀਆਂ ਭਰ ਦਿੱਤੀ ਜਾਂਦੀਆਂ ਨੇ ਉਸ ਤੋਂ ਬਾਅਦ ਚੈਕਿੰਗ ਕੀਤੀ ਜਾਂਦੀ ਹੈ। ਤਾਂ ਇਹ ਦੇਖੋ ਬੈਕ ਸਾਈਡ ਤੋਂ ਲੋਹਾ ਭਰਿਆ, ਤਾਂ ਬਿਲਕੁਲ ਰੇਗਮਾਰ ਕਰਕੇ ਬਿਲਕੁਲ ਪਲੇਨ ਕਰ ਦਿੱਤਾ ਗਿਆ। ਯਾਨੀ ਕਿ ਕਾਰੀਗਰੀ ਕਮਾਲ, ਬਾ ਕਮਾਲ ਕਾਰੀਗਰੀ ਹੈ। ਦੇਖੋ ਕਿਸ ਤਰੀਕੇ ਦੇ ਨਾਲ ਖੂਬਸੂਰਤੀ ਜਿਹੜੀ ਇਸ ਕੱਲੇ ਮੋਹਰੇ ਦੇ ਵਿੱਚ ਨਜ਼ਰ ਆ ਰਹੀ ਹੈ। ਤਾਂ ਇਹ ਹੁਣ ਕਾਰੀਗਰੀ ਜਿਹੜੇ ਕਾਰੀਗਰ ਨੇ ਉਹ ਚੈੱਕ ਕਰਦੇ ਪਏ ਨੇ ਕਿ ਕ੍ਰੈਕ ਹੈ ਪੀਸ, ਕੋਈ ਖਰਾਬ ਹੈ ਜਾਂ ਟੁੱਟਾ ਹੈ, ਕਿਸੇ ਤਰੀਕੇ ਦੇ ਕੋਈ ਇਹਦੇ ਵਿੱਚ ਪ੍ਰੋਬਲਮ ਤਾਂ ਨਹੀਂ ਗਈ, ਤਾਂ ਕਿ ਕੱਲ ਨੂੰ ਕਸਟਮਰ ਨੂੰ ਜਾਵੇ ਕੋਈ ਤੇ
ਪ੍ਰੋਬਲਮ ਨਾ ਆਵੇ। ਇਹਨੂੰ ਪ੍ਰੋਪਰ ਚੈਕਿੰਗ ਕਰਕੇ ਜੇ ਕਿਤੇ ਸੈਂਡਿੰਗ ਦੀ ਕਮੀ ਹੈ ਉਹਨੂੰ ਪ੍ਰੋਪਰ ਸੈਂਡ ਕੀਤਾ ਜਾਏਗਾ ਤਾਂ ਕਿ ਬਿਲਕੁਲ ਸਮੂਥ ਚੈਸ ਜਾਵੇ, ਸਾਡੇ ਜਿੰਨੇ ਵੀ ਕਸਟਮਰ ਨੂੰ ਜਾਵੇ ਉਹ ਖੁਸ਼ ਹੋਵੇ ਲੈ ਕੇ ਕਿ ਬਹੁਤ ਵਧੀਆ, ਕਿਉਂਕਿ ਅਸੀਂ ਜਾਣਦੇ ਚਾਹੁੰਦੇ ਹਾਂ ਦੁਨੀਆ ਦੇ ਸਭ ਤੋਂ ਵਧੀਆ ਚੈਸ ਬਣਾਉਣ ਵਾਲੇ, ਤੇ ਉਹ ਚੈਸ ਦੁਨੀਆ ਦਾ ਸਭ ਤੋਂ ਵਧੀਆ ਲੱਗਣਾ ਵੀ ਚਾਹੀਦਾ। ਅੱਛਾ, ਇਹ ਜਿਹੜੀ ਨਿਸ਼ਾਨੀ ਲਗਾਤੀ ਸਰ, ਇਹ ਕੀ ਹੈ ਨਿਸ਼ਾਨੀ ਲਗਾਈ ਜਿਹੜੀ? सर एल्फी भर रहा हूँ जैसे, ਉਹ ਕਿਉਂ? क्योंकि लकड़ में कहीं कुछ खुर के जाता रहता है तो उस पर एल्फी मार के साफ कर दूंगा अभी। ਅੱਛਾ, ਐਲਫੀ ਮਾਰ ਕੇ ਬਿਲਕੁਲ ਸਾਫ਼ ਰਗੜ ਦੇਣਾ ਹੈ ਨਾ। ਕਲੀਨ ਕਰ ਦੇਣਗੇ, ਸਰਫੇਸ ਪੂਰਾ ਬਰਾਬਰ ਐਂਡ ਰਾਉਂਡ ਕਰ ਦੇਣਗੇ ਉਹਦਾ, ਉਹ ਕਲੀਨ ਕਰਤਾ ਉਹ ਦੇਖੋ ਉਹਨੇ ਸਾਫ। ਹਾਂ ਬਿਲਕੁਲ, ਇਹ ਦੇਖੋ ਐਲਫੀ ਲਗਾ ਕੇ ਨਾ ਉਹਦੇ ਨਾਲ ਲੱਕੜ ਜ਼ਿਆਦਾ ਛਿੱਲੀ ਨਹੀਂ ਜਾਏਗੀ ਤੇ ਮੁਲਾਇਮਪਨ ਵੀ ਆ ਜਾਏਗਾ। ਬਿਲਕੁਲ ਹਾਂਜੀ। ਤਾਂ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ, ਤੁਹਾਨੂੰ ਉਹ ਵੀ ਤਸਵੀਰ ਦਿਖਾਉਂਦੇ ਹਾਂ। ਇਹ ਬਹੁਤ ਖੂਬਸੂਰਤ ਤਸਵੀਰ ਹੈ, ਹਰ ਕੋਈ ਜਾਣਨਾ ਚਾਹੁੰਦਾ ਹੋਵੇਗਾ ਕਿ ਆਖਿਰਕਾਰ ਜਿਹੜੀ ਚੈਸ ਅਸੀਂ ਖੇਡਦੇ ਹਾਂ, ਸ਼ਤਰੰਜ ਦੇ ਖਿਲਾੜੀ ਜਿਹੜੇ ਨੇ ਉਹ ਬਹੁਤ ਟੂਰਨਾਮੈਂਟ ਵੀ ਜਿੱਤਦੇ ਨੇ ਵੱਖ-ਵੱਖ ਤਰੀਕੇ ਨਾਲ। ਜ਼ਿਆਦਾਤਰ ਅਸੀਂ ਕਹਾਂਗੇ ਕਿ 70% ਲੋਕਾਂ ਦੇ ਘਰਾਂ ਦੇ ਵਿੱਚ ਸ਼ਤਰੰਜ ਜ਼ਰੂਰ ਪਈ ਹੁੰਦੀ ਹੈ, ਚਾਹੇ ਕੋਈ ਬੱਚਾ ਖੇਡਦਾ ਹੋਵੇ। ਹਾਂਜੀ ਬਿਲਕੁਲ। ਅੱਜ ਦੀ ਡੇਟ 'ਚ ਹੁਣ ਅੱਜ ਕੱਲ੍ਹ ਲੋਕੀ ਬੱਚੇ ਕੰਪਲਸਰੀ ਕਰ ਰਹੇ, ਕਈ ਸਕੂਲ ਸਵੀਡਨ 'ਚ ਹੈਗੇ ਆ, ਨਾਰਵੇ 'ਚ ਹੈਗੇ ਆ, ਜਿਹਨਾਂ ਸਕੂਲ 'ਚ ਇੱਕ ਸਬਜੈਕਟ ਕਰ ਦਿੱਤਾ ਗਿਆ ਜੀ ਚੈਸ ਖੇਲਣੀ ਹੈ ਹਰ ਬੱਚੇ ਨੇ। ਬਿਲਕੁਲ, ਇੱਕ ਦਿਮਾਗ ਦਾ ਖੇਲ ਹੈ ਨਾ। ਹਾਂਜੀ ਬਿਲਕੁਲ, ਇਹ ਦਿਮਾਗ ਦੇ ਨਾਲ ਖੇਲੀ ਜਾਂਦੀ ਹੈ। ਅੱਛਾ, ਇੱਥੇ ਹੁਣ ਪੈਕਿੰਗ ਹੋ ਰਹੀ ਹੈ? ਇਹ ਵੀ ਚੈਕਿੰਗ ਤੇ ਪੈਕਿੰਗ ਹੋ ਰਹੀ ਹੈ, ਕੋਈ ਕਿਸੇ ਚੀਜ਼ ਦੀ ਕਮੀ ਤੇ ਨਹੀਂ ਗਈ, ਕਿਉਂਕਿ ਅਸੀਂ 2 ਜਾਂ 3 ਵਾਰੀ ਚੈਕਿੰਗ ਕਰਦੇ ਹਾਂ। ਇੱਕ ਕਿਸੇ ਵੀ ਸੈੱਟ ਨੂੰ ਅਸੀਂ 2 ਜਾਂ 3 ਵਾਰੀ ਚੈੱਕ ਕਰਦੇ ਹਾਂ। ਬਿਲਕੁਲ, ਇਹ ਜਿਹੜੇ ਵਾਈਟ ਮੋਰੇ ਹੋ ਗਏ ਤਾਂ ਇਹ ਬਲੈਕ ਮੋਰੇ ਹੋ ਗਏ। ਹਾਂਜੀ, ਮੋਰੇ ਤੇ ਇਧਰ ਵਾਈਟ। ਬਿਲਕੁਲ। ਤਾਂ ਇਸ ਤੋਂ ਬਾਅਦ ਫਿਰ ਅਸੀਂ ਜੇ ਗੱਲ ਕਰੀਏ ਜਿਹੜੀ ਆਪਾਂ ਪੈਕਿੰਗ ਕੰਪਲੀਟ ਕਰ ਦਿੰਨੇ ਆ ਤਾਂ ਉਹ ਫਿਰ ਇਹ ਜਿਹੜੇ ਡੱਬਿਆਂ ਦੇ ਵਿੱਚ ਕੱਲੇ ਮੋਰੇ ਜਿਹੜੇ ਵੱਖਰੇ ਜਾਂ ਫਿਰ ਇੱਕ ਚੈਸ ਜਿਹੜੀ ਉਹਦੇ ਦੇ ਸਾਰੇ ਮੋਰੇ ਜਿਹੜੇ ਇੱਕ ਡੱਬੇ? ਨਹੀਂ ਜੀ, ਹਰ ਇੱਕ ਸੈੱਟ ਕੰਪਲੀਟ ਸੈੱਟ ਦੇ ਰੂਪ 'ਚ ਤਿਆਰ ਕੀਤਾ ਜਾਏਗਾ। ਅੱਧੇ ਵਾਈਟ ਪੈਣਗੇ, ਅੱਧੇ ਬਲੈਕ ਪੈਣਗੇ, ਉਹਦੇ 'ਚ ਪੂਰਾ ਸੈੱਟ ਜਿਹੜਾ ਸੈੱਟ ਦੇ ਤਰੀਕੇ ਨਾਲ ਤਿਆਰ ਕੀਤਾ ਜਾਏਗਾ। ਪਰ ਇਸ ਤੋਂ ਪਹਿਲਾਂ ਇੱਕ ਪ੍ਰੋਸੈਸ ਹੈਗਾ ਜਿਹੜਾ ਪਾਲਿਸ਼ਿੰਗ ਦਾ। ਪਾਲਿਸ਼ਿੰਗ ਬੜਾ ਜ਼ਰੂਰੀ ਹੈ ਕਿ ਅਸੀਂ ਕਿਸ ਤਰ੍ਹਾਂ ਪਾਲਿਸ਼ ਕਰਦੇ ਹਾਂ ਆਪਣੇ ਇੱਕ ਪੀਸ ਨੂੰ, ਕਿਸ ਤਰ੍ਹਾਂ ਇੱਕ ਜਿੰਨੇ ਪੀਸਿਸ ਹੈਗੇ ਚੈਸ ਦੇ ਇੱਕ ਪੀਸ ਨੂੰ ਬੜੇ ਤਰੀਕੇ ਨਾਲ ਪਾਲਿਸ਼ ਕਰਨਾ ਹੁੰਦਾ ਹੈ। ਉਹ ਸਾਰੀ ਨੈਚੁਰਲ ਪਾਲਿਸ਼ ਹੈ, ਹੈਂਡ ਪਾਲਿਸ਼ ਹੈ। ਅੱਛਾ, ਇਧਰ ਪਾਸੇ ਆ ਗਏ ਆ। ਇਹ ਜਿਹੜੀ ਕੀ ਕਾਰੀਗਰੀ ਕੀਤੀ ਜਾ ਰਹੀ ਹੈ? ਇਹ ਦੇਖੋ ਜੀ, ਜਿਸ ਤਰ੍ਹਾਂ ਅਸੀਂ ਹਾਥੀ ਬਣਾਉਂਦੇ ਆ, ਹਾਥੀ ਨੂੰ ਦੇਖੋ ਜੇ ਇਹ ਬਿਲਕੁਲ ਪਲੇਨ ਹੈਗਾ, ਇਹਦੇ ਉੱਤੇ ਅਸੀਂ ਇਸ ਤਰ੍ਹਾਂ ਕਾਰਵਿੰਗ ਕਰ ਦੇਣੀ ਹੈ ਤਾਂ ਕਿ ਇਹ ਪ੍ਰੋਪਰ ਹਾਥੀ ਲੱਗੇ। ਫਿਰ ਯਾਨੀ ਕਿ ਇਹ ਕੱਟ ਜਿਹੜੇ ਪਾਏ ਨੇ ਇਹ ਕੱਟ ਪੈਂਦੇ ਪਏ ਨੇ? ਹਾਂਜੀ, ਇਹ ਕੱਟ ਪੈਂਦੇ ਪਏ ਨੇ। ਆ ਪਲੇਨ ਹੈ? ਹਾਂਜੀ, ਇਹ ਪਲੇਨ ਹੈ ਤੇ ਕੱਟ ਪਾ ਗਏ। ਇਸੇ ਤਰੀਕੇ ਅਸੀਂ ਊਂਠ ਨੂੰ ਵੀ ਕਰਦੇ ਹਾਂ ਤੇ ਕੁਈਨ ਨੂੰ ਵੀ ਕਰਦੇ ਹਾਂ। ਕੁਈਨ ਦੇ ਉੱਤੇ ਵੀ ਅਸੀਂ ਟਕਿੰਗ ਕਰਦੇ ਹਾਂ ਤਾਂ ਕਿ ਕੁਈਨ ਪ੍ਰੋਪਰ ਉਹਦੇ ਕਰਾਊਨਸ ਦਿਖ ਸਕਣ। ਤਾਂ ਬਿਲਕੁਲ। ਇਹ ਬਾਕੀ ਹੋਰ ਇਸ ਤੋਂ ਬਾਅਦ ਫਿਰ ਜਦੋਂ ਇਹ ਹੋ ਜਾਂਦਾ ਸਾਰਾ ਕੁਝ ਫਿਰ ਅਸੀਂ ਸਾਡਾ ਪੜਾਅ ਆਉਂਦਾ ਪਾਲਿਸ਼ਿੰਗ ਦਾ। ਇਹ ਦੇਖੋ ਜੀ, ਇਹ ਸਾਰੇ ਨੈਚੁਰਲ ਪਾਲਿਸ਼ ਹੈ, ਕਿਸੇ ਤਰੀਕੇ ਦਾ ਕੋਈ ਕੈਮੀਕਲ ਯੂਜ਼ ਨਹੀਂ ਕੀਤਾ, ਕੋਈ ਬੜੇ ਨੈਚੁਰਲ ਤਰੀਕੇ ਨਾਲ ਬਫ ਪਾਲਿਸ਼ ਕੀਤੀ ਜਾਂਦੀ ਹੈ। ਇਹਨੂੰ ਇੱਕ ਕੱਲੇ ਪੀਸ ਨੂੰ ਬੜੇ ਅੱਛੇ ਤਰੀਕੇ ਨਾਲ ਪਾਲਿਸ਼ ਕੀਤਾ ਜਾਂਦਾ, ਕਿਸੇ ਵੀ ਤਰੀਕੇ ਦੀ ਕਮੀ ਨਹੀਂ ਛੱਡੀ ਜਾਵੇ। ਇਹ 2 ਜਾਂ 3 ਵਾਰੀ ਪਾਲਿਸ਼ ਕਰਦੇ ਹਾਂ ਅਸੀਂ। ਪੋਲਿਸ਼ ਜਿਹੜੀ ਹੈ ਵੱਖ-ਵੱਖ, ਬਲੈਕ ਪੋਲਿਸ਼ ਵੱਖਰੀ ਹੈ, ਵਾਈਟ ਵੱਖਰੀ। ਹਾਂਜੀ ਪੋਲਿਸ਼ ਤੋਂ ਬਿਨਾਂ ਗੱਲ ਵੀ ਨਹੀਂ ਬਣਦੀ ਹੈ ਨਾ। ਬਿਲਕੁਲ ਐ ਚਮਕਦੇ ਹੋਣ ਜਦੋਂ ਮੋਹਰੇ ਰੱਖੇ ਹੋਣ ਤੇ ਫਿਰ ਲੱਗਦਾ ਕਿ ਵਾਕਈ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਬਿਲਕੁਲ ਚਮਕਾਉਣ ਵਾਸਤੇ ਪ੍ਰੋਪਰ ਪਾਲਿਸ਼ ਕੀਤੀ ਜਾਂਦੀ ਤਾਂ ਕਿ ਇੱਕ ਚੈਸ ਦਾ ਪ੍ਰੋਪਰ ਅਸੀਂ ਜੋ ਇੰਨਾ ਆਰਟ ਵਰਕ ਕਰਦੇ ਹਾਂ ਉਹ ਸਾਹਮਣੇ ਉੱਭਰ ਕੇ ਨਜ਼ਰ ਆਵੇ। ਤਾਂ ਚੈਸ ਬੋਰਡ ਜਿਹੜੇ ਨੇ ਉਹ ਬਣਦੇ ਪਏ ਹੁਣ, ਮੋਹਰੇ ਜਿਹੜੇ ਤੁਹਾਨੂੰ ਦਿਖਾ ਦਿੱਤੇ ਆ, ਤੇ ਚੈਸ ਬੋਰਡ ਜਿਸ ਤਰ੍ਹਾਂ ਬਣਦੇ ਜਿਹਦੇ ਉੱਤੇ ਮੋਹਰੇ ਰੱਖ ਕੇ ਸ਼ਤਰੰਜ ਖੇਡੀ ਜਾਣੀ ਹੈ ਹਨਾ। ਤਾਂ ਇਹ ਸਰ ਜਿਹੜਾ ਕਲਰ ਨੇ ਇਹ ਵੱਖਰੇ ਕਲਰ ਕਿਸ ਤਰ੍ਹਾਂ ਜਿਹੜੇ ਕੋਈ ਕਲਰ ਨਹੀਂ ਗਾ, ਇਹ ਨੈਚੁਰਲ ਵੁੱਡ ਹੈਗੀ ਆ। ਜਿਸ ਤਰ੍ਹਾਂ ਸ਼ੀਸ਼ਮ ਦੇ ਨਾਲ ਅਸੀਂ ਮੈਪਲ ਵੁੱਡ ਜਿਹੜੀ ਅੱਗੇ ਵੀ ਗੱਲ ਕੀਤੀ ਸੀ, ਜਿਹੜੀ ਇੰਪੋਰਟ ਕਰਦੇ ਹਾਂ ਅਸੀਂ, ਇਹ ਉਹਦੇ ਨਾਲ ਕੱਲਾ ਪੀਸ ਫਿਕਸ ਕੀਤਾ ਹੈ। ਇਹ ਪੂਰਾ ਨੈਚੁਰਲ ਫਿਕਸ ਹੈਗਾ ਪੀਸ ਵਾਲਾ? ਹਾਂਜੀ ਇਹ ਇੱਕ ਪੀਸ ਸਾਰਾ ਫਿੱਟ ਕੀਤਾ ਹੈ। ਇਹਦੇ ਬਲੌਕਸ ਬਣਾ ਕੇ ਪ੍ਰੋਪਰ ਫਿਰ ਇਹਦੀ ਕਟਿੰਗ ਕੀਤੀ ਗਈ ਹੈ, ਫਿਰ ਉਹਨੂੰ ਉੱਤੇ ਚਿਪਕਾਇਆ ਗਿਆ। ਇਹਨਾਂ ਨੇ ਡਰੋਲ ਹੈ, ਮੈਗਨੈਟਿਕ ਚੈਸ ਹੈ, ਇਹਨੂੰ ਪ੍ਰੋਪਰ ਇਹਨੂੰ ਖੋਲ ਕੇ ਖੇਲਿਆ ਜਾਂਦਾ ਵਾ। ਕਿੱਲ ਲੱਗੀ ਸਰ? ਹਾਂਜੀ, ਕਿੱਲ ਲੱਗੀ ਇਹਨੂੰ। ਇਹ ਬੰਦ ਹੈ, ਇਹ ਖੁੱਲੇਗਾ ਨਹੀਂ ਹਲੇ, ਜਦੋਂ ਤਿਆਰ ਹੋਏਗਾ ਖੁੱਲੇਗਾ। ਇਹ ਪ੍ਰੋਪਰ ਸਾਰਾ ਇੱਕ ਲੱਕੜੀ ਦਾ ਪੀਸ ਹੈ, ਕੋਈ ਕਿਸੇ ਤਰੀਕੇ ਦਾ ਕਲਰ ਨਹੀਂ ਹੈ। ਬਿਲਕੁਲ। ਇਹ ਦੇਖੋ ਜਿਹੜੀ ਅਸੀਂ ਕਹਿੰਦੇ ਗਰਾਊਂਡ ਹੈ, ਜਿਹੜੀ ਚੈਸ ਬੋਰਡ ਨੇ ਉਹ ਬਣਦੇ ਪਏ ਨੇ ਤੇ ਤਾਂ ਵੱਖ-ਵੱਖ ਤਰੀਕੇ ਦੇ ਨਾਲ ਸਾਰੇ ਕਾਰੀਗਰ ਲੱਗੇ ਹੋਏ ਨੇ ਤੇ ਹਰ ਕੋਈ ਕਾਰੀਗਰ ਜਿਹੜਾ ਵਾ ਉਹ ਕਿਤੇ ਨਾ ਕਿਤੇ ਕਮਾਲ ਦਾ ਕੰਮ ਕਰਦਾ ਨਜ਼ਰ ਆ ਰਿਹਾ ਇੱਥੇ। ਜਿਸ ਤਰੀਕੇ ਦੇ ਨਾਲ ਇੱਥੇ ਕਾਰੀਗਰੀ ਹੋ ਰਹੀ ਹੈ ਤਾਂ ਇਹ ਇੰਨਾ ਜ਼ਰੂਰ ਦੱਸਦੀ ਪਈ ਹੈ ਕਿ ਪੰਜਾਬ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਕਿੰਨੇ ਕਾਰੀਗਰ ਨੇ ਜਿਹੜੇ ਕਿ ਆਪਣੀ ਕਾਰੀਗਰੀ ਦੇ ਸਿਰ ਦੇ ਉੱਤੇ ਆਪਣੇ ਪਰਿਵਾਰ ਨੂੰ ਪਾਲਦੇ। ਇੱਥੋਂ ਤੱਕ ਕਿ ਬਹੁਤ ਸਾਰੇ ਲੋਕਾਂ ਨੂੰ ਕਿਤੇ ਨਾ ਕਿਤੇ ਜਾਗਰੂਕ ਵੀ ਕਰਦੇ, ਤੁਸੀਂ ਕਾਰੀਗਰ ਬਣ ਸਕਦੇ ਹੋ, ਤੁਸੀਂ ਕੰਮ ਕਰ ਸਕਦੇ ਹੋ। ਹਾਂਜੀ, ਇਹ ਬੜਾ ਇੱਕ ਵਧੀਆ ਤੁਹਾਡਾ ਸਵਾਲ ਹੈ ਕਿ ਵੀ ਬੰਦੇ ਜਿਹੜੇ ਅੱਗੇ ਜਾਗਰੂਕ ਕਰਦੇ ਪਏ ਆ ਉਹਨਾਂ 'ਚ ਪ੍ਰੋਪਰ ਸਾਨੂੰ ਜੇ ਆਣੇ ਸਾਰੇ ਲੋਕੀ ਆਣੇ ਚਾਲੂ ਹੋ ਜਾਣ, ਸਾਨੂੰ ਜਿਹੜੀ ਲੇਬਰ ਦੀ ਸਮੱਸਿਆ ਉਹ ਹੱਲ ਹੋ ਜਾਵੇ, ਸਾਨੂੰ ਹੋਰ ਕਾਰੀਗਰ ਮਿਲਣ, ਅਸੀਂ ਹੋਰ ਅੱਛੇ ਤਰੀਕੇ ਨਾਲ ਕੰਮ ਕਰ ਸਕੀਏ। ਤਾਂ ਲੋ ਜੀ, ਇਹ ਦੇਖੋ ਹੁਣ ਡੱਬਿਆਂ ਦੇ ਵਿੱਚ ਬਿਲਕੁਲ ਐ ਪੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੇਖੋ ਪੈਕਿੰਗ ਤੋਂ ਪਹਿਲਾਂ ਤਿਆਰੀਆਂ ਕਿਸ ਤਰ੍ਹਾਂ ਕੀਤੀਆਂ ਗਈਆਂ ਨੇ। ਮੈਂ ਚਾਹਾਂਗਾ ਕਿ ਇੱਕ ਵਾਰੀ ਇੱਕ ਆਪਾਂ ਪੈਕਿੰਗ ਜ਼ਰੂਰ ਦਿਖਾਈਏ ਵੀ ਕਿਸ ਤਰੀਕੇ ਦੇ ਨਾਲ ਪੈਕਿੰਗ ਇੱਥੇ ਹੁੰਦੀ ਪਈ ਹੈ, ਕਿਸ ਤਰੀਕੇ ਦੇ ਨਾਲ ਬਣਾਇਆ ਜਾਂਦਾ। ਦੇਖੋ ਪਹਿਲਾਂ ਇਹ
ਪਲਾਸਟਿਕ ਦੇ ਲਿਫਾਫੇ ਦੇ ਵਿੱਚ ਹੈ, ਉਸ ਤੋਂ ਬਾਅਦ ਇਹਦੇ ਉੱਤੇ ਲਪੇਟਿਆ ਜਾਂਦਾ ਕਿ ਆਪਸ ਵਿੱਚ ਖਰੋਚ ਤੱਕ ਨਾ ਆਵੇ। ਬਿਲਕੁਲ ਸਹੀ ਹੈ ਨਾ ਸਰ? ਬਿਲਕੁਲ ਠੀਕ ਹੈ ਜੀ। ਇਹੀ ਇੱਕ ਇੱਕ ਪੀਸ ਨੂੰ ਇੰਡੀਵਿਜੂਅਲ ਪੀਸ ਨੂੰ ਅਸੀਂ ਫੋਮ ਨਾਲ ਕਵਰ ਕੀਤਾ ਹੈ ਤਾਂ ਕਿ ਇੱਕ ਪੀਸ ਦੂਸਰੇ ਪੀਸ ਨੂੰ ਟੱਚ ਨਾ ਕਰੇ, ਨਾ ਉਹ ਤੇ ਸਕ੍ਰੈਚ ਆਵੇ, ਨਾ ਕਿਸੇ ਤਰੀਕੇ ਦਾ ਟਰਾਂਸਪੋਰਟ ਦੇ ਵਿੱਚ ਇਹਨੂੰ ਡੈਂਟ ਪਵੇ। ਯਾਨੀ ਕਿ ਸ਼ੀਸ਼ਾ ਬਣਾ ਕੇ ਭੇਜਿਆ, ਪੂਰਾ ਸ਼ੀਸ਼ਾ ਬਣਾ। ਬਿਲਕੁਲ ਜੀ, ਇਹ ਕੇਅਰ ਕਰਨਾ ਪੈਂਦਾ ਜਦ ਤੁਸੀਂ ਐਡੀ ਵਧੀਆ ਚੀਜ਼ ਬਣਾ ਰਹੇ ਹੋ ਤੇ ਉਹ ਤੁਸੀਂ ਲੂਜ਼ ਪੈਕਿੰਗ 'ਚ ਭੇਜ ਰਹੇ ਹੋ ਤੇ ਰਸਤੇ 'ਚ ਕਿਸੇ ਤਰੀਕੇ ਵੀ ਡੈਮੇਜ ਹੋ ਜਾਏ ਤੇ ਕਸਟਮਰ ਨੂੰ ਜਾਂ ਕਿਸੇ ਨੂੰ ਵੀ ਜਾਵੇਗਾ, ਉਹ ਖੁਸ਼ ਨਹੀਂ ਹੋਵੇਗਾ। ਇੱਕ ਪੀਸ ਖਰਾਬ ਹੈ ਤੇ ਸਾਰੀ ਚੀਜ਼ ਖਰਾਬ। ਸਾਰੀ ਚੀਜ਼ ਖਰਾਬ ਹੋਏਗੀ ਤੇ ਉਹ ਇਸ ਕਰਕੇ ਸਾਨੂੰ ਇਸ ਚੀਜ਼ ਦਾ ਬਹੁਤ ਖਿਆਲ ਕਰਨਾ ਪੈਂਦਾ ਕਿ ਪੈਕੇਜਿੰਗ ਵੱਲੋਂ ਕਿਸੇ ਤਰੀਕੇ ਦੀ ਢਿੱਲ ਨਾ ਰਵੇ। ਤਾਂ ਬਿਲਕੁਲ ਸਹੀ ਗੱਲ ਹੈ ਕਿ ਪੈਕਿੰਗ ਜਿਹੜੀ ਲਗਾਤਾਰ ਹੁੰਦੀ ਪਈ ਹੈ ਉਹਦੇ ਵੱਲੋਂ ਕੋਈ ਢਿੱਲ ਨਾ ਰਵੇ। ਤਾਂ ਇੱਧਰ ਦੇਖੋ ਆ ਪਹਿਲੇ ਮੋਮਜਾਮੇ ਜਿਹੜੇ ਨੇ ਇਹਨਾਂ ਦੇ ਵਿੱਚ ਰੱਖਿਆ ਜਾ ਰਿਹਾ ਪੂਰੇ ਤਰੀਕੇ ਦੇ ਨਾਲ, ਇਕੱਲੇ ਲਿਫਾਫੇ ਦੇ ਵਿੱਚ ਇਹਦੀ ਪੈਕਿੰਗ ਕਰਨ ਤੋਂ ਬਾਅਦ ਫਿਰ ਉੱਪਰੋਂ ਜਿਹੜਾ ਫੋਮ ਜਿਹੜੀ ਹੈ ਲਪੇਟੀ ਜਾ ਰਹੀ ਹੈ ਕਿ ਯਾਨੀ ਕਿ ਕੋਈ ਖਰਾਬੀ ਨਾ ਹੋ ਸਕੇ। ਇਸ ਵਜ੍ਹਾ ਕਰਕੇ ਇਹ ਪੂਰੀ ਤਿਆਰੀਆਂ ਜਿਹੜੀਆਂ ਨੇ ਇੱਥੇ ਮੁਕੰਮਲ ਤੌਰ ਦੇ ਉੱਤੇ ਨਜ਼ਰ ਆ ਰਹੀਆਂ ਨੇ। ਇਸ ਵਕਤ ਹੁਣ ਅਸੀਂ ਪਹੁੰਚ ਚੁੱਕੇ ਹਾਂ ਉਸ ਟੇਬਲ ਦੇ ਉੱਤੇ ਜਿੱਥੇ ਸ਼ਤਰੰਜ ਲਗਾ ਦਿੱਤੀ ਗਈ ਹੈ, ਮੋਹਰੇ ਸਜਾ ਦਿੱਤੇ ਗਏ ਨੇ। ਪਰ ਇੱਕ ਹੋਰ ਦਿਲਚਸਪ ਤਸਵੀਰ ਸਾਡੇ ਸਾਹਮਣੇ ਆਈ ਹੈ, ਮੈਂ ਚਾਹੁੰਦਾ ਸੀ ਕਿ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂ। ਦੇਖੋ ਇਹ ਜਿਹੜੇ ਮੋਹਰੇ ਬਣਾਏ ਗਏ ਨੇ, ਕੋਈ ਫੈਮਿਲੀ ਹੈ ਜਿਹੜੀ ਫੈਮਿਲੀ ਨੇ ਸਪੈਸ਼ਲ ਸ਼ਤਰੰਜ ਇਹਨਾਂ ਕੋ ਬਣਵਾਈ ਸੀ, ਚੈਸ ਬਣਵਾਈ ਸੀ, ਤਾਂ ਉਹਨਾਂ ਨੇ ਆਪਣੇ ਚਿਹਰੇ ਜਿਹੜੇ ਨੇ ਉਹ ਸਾਰੇ ਬਣਵਾਏ ਸਨ ਵੀ ਕਿਸ ਤਰੀਕੇ ਨਾਲ। ਸਰ ਇਹਦੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰੋ। ਇਹ ਦੇਖੋ ਜੀ, ਕੋਈ ਬਹੁਤ ਵੱਡੀ ਫੈਮਿਲੀ ਹੈਗੀ ਆ। ਮੈਨੂੰ ਮੀਨਸ ਅਲਾਉਡ ਨਹੀਂਗਾ ਕਿ ਵੀ ਉਹਨਾਂ ਦਾ ਨਾਮ ਲੈ ਸਕਾਂ। ਬਹੁਤ ਵੱਡੇ ਸੈਲੀਬ੍ਰਿਟੀ, ਬਹੁਤ ਵੱਡੀ ਦੁਨੀਆ ਦੀ ਇੱਕ ਬੜੀ ਵੱਡੀ ਪਛਾਣ ਹੈ। ਉਹਨਾਂ ਨੇ ਮੈਨੂੰ ਸਪੈਸ਼ਲ ਆਪਣੀ ਫੈਮਿਲੀ ਦੀ ਪੂਰੀ ਬੇਟਾ ਬੇਟੀ ਤੇ ਸਾਰਿਆਂ ਦੀ ਫੋਟੋ ਬਣਵਾ ਕੇ ਇੱਕ ਚੈਸ ਬਣਾਉਣ ਵਾਸਤੇ ਗਿਆ। ਉਹਨਾਂ ਨੇ ਸਾਰੀ ਦੁਨੀਆ ਘੁੰਮ ਲਈ ਬਣਵਾਉਣ ਵਾਸਤੇ, ਲੇਕਿਨ ਨਹੀਂ ਬਣ ਸਕਿਆ। ਫਿਰ ਮੇਰੇ ਕੋਲ ਆਏ ਕਿ ਉਹਨਾਂ ਦਾ ਮੈਨੇਜਰ ਨੇ ਕੰਟੈਕਟ ਕੀਤਾ ਕਿ ਮੈਂ ਇਸ ਤਰ੍ਹਾਂ ਚੈਸ ਚਾਹੀਦੀ, ਸਾਨੂੰ ਸਪੈਸ਼ਲ ਚਾਹੀਦੀ ਹੈ। ਤੇ ਮੈਂ ਉਹਨਾਂ ਕੋਲ 6 ਮਹੀਨੇ ਤੋਂ 7 ਮਹੀਨੇ ਦਾ ਟਾਈਮ ਲੈ ਕੇ ਪ੍ਰੋਪਰ ਉਹਨਾਂ ਦੀਆਂ ਸਾਰੀ ਫੇਸਿਸ ਬਣਾ ਕੇ ਤੇ ਮੈਨੂੰ ਇਹ ਪਤੀ ਪਤਨੀ ਬਣਾਏ ਨਹੀਂ ਆ ਭੈਣ? ਇਹ ਹਸਬੈਂਡ ਵਾਈਫ ਨੇ ਤੇ ਇਹ ਉਹਨਾਂ ਦੇ ਬੇਟਾ ਬੇਟੀ ਨੇ। ਕੀ ਬਾਤ ਹੈ। ਇਹ ਬੇਟਾ ਬੇਟੀ ਦੇਖੋ ਜੀ, ਪਹਿਲਾਂ ਇਹ ਪੂਰੀ ਫੈਮਿਲੀ ਤੁਸੀਂ ਦੇਖ ਸਕਦੇ, ਨਾਮ ਅਸੀਂ ਚਾਹੇ ਨਹੀਂ ਦਿੰਦੇ ਦੱਸਦੇ ਕਿਸੇ ਦਾ, ਪਰ ਇਹ ਬੇਟਾ ਬੇਟੀ ਦੀ ਉਹਨਾਂ ਦੇ ਦੇਖ ਸਕਦੇ, ਟੋਪੀ ਵਗੈਰਾ ਬਣਾਈ ਹੋਈ ਆ। ਬਹੁਤ ਵਧੀਆ ਇੱਕ ਖੂਬਸੂਰਤ ਤਸਵੀਰ ਆ। ਦੇਖੋ ਇਹਨੂੰ ਜ਼ੂਮ ਕਰਕੇ ਜਰੂਰ ਕੈਮਰਾਮੈਨ ਮੈਂ ਸੰਦੀਪ ਨੂੰ ਕਹਾਂਗਾ ਕਿ ਇਹਨੂੰ ਜ਼ੂਮ ਕਰਕੇ ਜਰੂਰ ਦਿਖਾ ਦਿਓ, ਕਿਉਂਕਿ ਅਸਲੀ ਕਾਰੀਗਰੀ ਜਿਹੜੀ ਆ ਇਹ ਇਹਨਾਂ ਚੀਜ਼ਾਂ ਦੇ ਵਿੱਚ ਹੈ। ਬਿਲਕੁਲ ਸਰ, ਬਿਲਕੁਲ ਠੀਕ ਗੱਲ ਹੈ ਜੀ। ਬੜੀ ਮਿਹਨਤ ਦਾ ਕੰਮ ਸੀ ਹੈ। ਅਸੀਂ ਬੜੀ ਸਕਸੈਸਫੁਲੀ ਇਹਨੂੰ ਬਣਾਇਆ ਤੇ ਜਿਸ ਬਾਰੇ ਉਹਨਾਂ ਨੇ ਬੜੇ ਵੱਡੇ ਅੱਛੇ ਕਮੈਂਟਸ ਦਿੱਤੇ ਮੈਨੂੰ ਕਿ ਵੀ ਇਹੋ ਜਿਹੀ ਚੈਸ ਸੱਚੀ ਦੁਨੀਆ 'ਚ ਕੋਈ ਨਹੀਂ ਬਣਾ ਸਕਦਾ। ਪੱਕੇ ਮੇਰੇ ਹਿਸਾਬ ਨਾਲ ਇੱਕ ਨੂੰ ਨਹੀਂ, ਉਹਨਾਂ ਨੇ ਹਜ਼ਾਰਾਂ ਨੂੰ ਦੱਸਿਆ ਹੋਣਾ ਕਿ ਜੇ ਕੁਝ ਕਰਨਾ ਤੇ ਫਿਰ। ਹਾਂਜੀ ਹਾਂਜੀ, ਬਕਾਇਦਾ ਜੀ। ਜਿਹੜਾ ਵੀ ਉਹਨਾਂ ਦੇ ਘਰ ਆਉਂਦਾ ਉਹਨਾਂ ਨੇ ਮੇਨ ਰੂਮ 'ਚ ਲਗਾਇਆ ਉਹਨਾਂ ਨੇ, ਤੇ ਜਿਹੜਾ ਵੀ ਘਰ ਆਉਂਦਾ ਉਹਨਾਂ ਨੂੰ ਪੁੱਛਦਾ ਵੀ ਇਹ ਕਿੱਥੋਂ ਬਣਾਇਆ ਜਾਂ ਕਿਸ ਨੇ ਬਣਾਇਆ, ਤੇ ਉਹ ਹਮੇਸ਼ਾ ਕਹਿੰਦੇ ਜੀ ਇੰਡੀਆ ਭਾਰਤ 'ਚੋਂ ਬਣਾਇਆ। ਅੱਛਾ ਸਰ, ਕਾਰੀਗਰ ਇੱਕ ਜਿਹੜਾ ਵਾ ਮੇਰਾ ਇੱਕ ਹੋਰ ਸਵਾਲ ਹੈਗਾ ਸੀ, ਸ਼ਾਇਦ ਮੈਂ ਪਿੱਛੇ ਪੁੱਛ ਨਹੀਂ ਸਕਿਆ। ਇੱਕ ਕਾਰੀਗਰ ਕਿੰਨੇ ਪੀਸ ਬਣਾ ਲੈਂਦਾ ਵਾ ਰੋਜ਼ ਦੇ ਜਿਹੜੇ ਤੁਹਾਡੇ? ਦੇਖੋ ਜੀ, ਡਿਪੈਂਡ ਕਰਦਾ ਜੀ ਕਿਹੋ ਜਿਹਾ ਪੀਸ ਬਣਾ ਰਿਹਾ। ਜੇ ਤੇ ਉਹ ਪੀਸ ਬਹੁਤ ਡਿਫਿਕਲਟ ਹੈ ਤੇ ਗਿਣਤੀ ਤੇ 10 ਤੋਂ 15 ਜਾਂ ਮੈਕਸਿਮਮ 20 ਬਣਾ ਸਕਦਾ ਹੈ। ਤੇ ਜੇ ਨਾਰਮਲ ਬਣਾ ਰਿਹਾ, ਜਿਸ ਤਰ੍ਹਾਂ ਪਿਆਦੇ ਹੋ ਗਏ, ਊਂਠ ਹੋ ਗਏ, ਹਾਥੀ ਹੋ ਗਏ, ਤੇ ਉਹ 70 80 90 100 ਤੱਕ ਵੀ ਬਣਾ ਦਿੰਦਾ ਵਾ। ਇਹ ਡਿਪੈਂਡ ਕਰਦਾ ਜੀ ਕਿਹੋ ਜਿਹਾ ਉਹਨੂੰ ਪੀਸ ਦਿੱਤਾ ਸੀ ਬਣਾਉਣ ਵਾਸਤੇ ਤੇ ਕਿਹੋ ਜੀ ਕਾਰੀਗਰੀ ਕਰ ਰਿਹਾ ਹੋ। ਤਾਂ ਬਿਲਕੁਲ ਸਹੀ ਗੱਲ ਹੈ ਕਿ ਕਿਹੋ ਜੀ ਕਾਰੀਗਰੀ ਕਰ ਰਿਹਾ ਕਾਰੀਗਰ, ਇਹ ਡਿਪੈਂਡ ਕਰਦਾ ਹੈ ਕਾਰੀਗਰ ਦੇ ਕਾਰੀਗਰੀ ਦੇ ਉੱਤੇ। ਤਾਂ ਦੇਖਦੇ ਆ ਕਿ ਕਿਸ ਤਰ੍ਹਾਂ ਦੇ ਪੀਸ ਜਿਹੜੇ ਆ ਵੱਖ-ਵੱਖ ਤਰੀਕੇ ਦੇ ਨਾਲ ਬਣਾਏ ਜਾਂਦੇ ਨੇ। ਤਾਂ ਵੱਖ-ਵੱਖ ਤਰੀਕੇ ਦੇ ਨਾਲ ਸਮਾਂ ਜ਼ਰੂਰ ਲੱਗਦਾ ਹੈ, ਪਰ ਇਹ ਕਾਰੀਗਰੀ ਦੇਖਣ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਕਿ ਵਾਕਿਆ ਹੀ ਜਿਹੜਾ ਸਮਾਂ ਉਹ ਇਸ ਚੀਜ਼ ਨੇ ਲੈਣਾ ਹੀ ਹੈ। ਤਾਂ ਅਗਲੀ ਪੇਸ਼ਕਸ਼ ਲੈ ਕੇ ਤੁਹਾਡੇ ਨਾਲ ਮੈਂ ਜ਼ਰੂਰ ਫਿਰ ਰੂਬਰੂ ਹੋਵਾਂਗਾ। ਉਦੋਂ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਕੈਮਰਾਮੈਨ ਸੰਦੀਪ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।